ਕਮਿਊਨਿਟੀ ਟਾਕ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਰਲੇਪ ਕੈਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਹਾਜ਼ਰੀਨ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਸੀਂ ਇਸ ਪ੍ਰੋਗਰਾਮ ਦੇ ਨਾਲ ਫਾਈਨੈਂਸ਼ੀਅਲ ਨਾਲ ਰਿਲੇਟਡ ਗੱਲਾਂ ਬਾਤਾਂ ਕਰਦੇ ਹਾਂ, ਫਾਈਨੈਂਸ ਨਾਲ ਰਿਲੇਟਡ ਗੱਲਾਂ ਬਾਤਾਂ ਕਰਦੇ ਹਾਂ ਔਰ ਉਹਦੇ ਵਿੱਚ ਖਾਸ ਕਰਕੇ ਅਸੀਂ ਜਿਹੜੀ ਇੰਸ਼ੋਰੈਂਸ ਬਾਰੇ ਜ਼ਿਆਦਾਤਰ ਗੱਲਬਾਤ ਕਰਦੇ ਹਾਂ। RESP RRSP ਫੰਡਸ ਤੁਸੀਂ ਕਿਸ ਤਰ੍ਹਾਂ ਆਪਦੇ ਯੂਜ਼ ਕਰ ਸਕਦੇ ਹੋ ਔਰ ਕਿੱਥੇ ਮਨੀ ਇਨਵੈਸਟ ਕਰ ਸਕਦੇ ਹੋ। ਸੋ ਉਸ ਸਾਰੇ ਕਾਸੇ ਦੇ ਸਾਡੇ ਵਿਸ਼ਾ ਮਾਹਰ ਹੁੰਦੇ ਨੇ ਬਲਜੀਤ ਕੌਰ ਢੀਂਡਸਾ ਜੀ। ਆਪਾਂ ਉਹਨਾਂ ਦਾ ਕਰਦੇ ਹਾਂ ਸਟੂਡੀਓ ਸਵਾਗਤ ਤੇ ਫਿਰ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਸੋ ਬਲਜੀਤ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਮੇਰੇ ਵੱਲੋਂ ਵੀ ਸਾਰੇ ਵਿਊਅਰਸ ਨੂੰ ਗੁੱਡ ਆਫਟਰਨੂਨ ਜੀ। ਥੈਂਕ ਯੂ। ਸੋ ਅਸੀਂ ਪ੍ਰੋਗਰਾਮ ਦੇ ਵਿੱਚ ਅਕਸਰ ਗੱਲਬਾਤ ਕਰਦੇ ਹਾਂ ਇੰਸ਼ੋਰੈਂਸ ਨਾਲ ਰਿਲੇਟਡ ਜਿਹੜੀਆਂ ਪਾਲਿਸੀਜ਼ ਆਉਂਦੀਆਂ ਨੇ, ਜਾਂ ਕਿੰਨੇ ਕਿਸਮ ਦੀ ਜਾਂ ਕਿੰਨੇ ਟਾਈਪ ਦੀ ਇੰਸ਼ੋਰੈਂਸ ਹੈਗੀ ਆ, ਤੁਹਾਡੇ ਲਈ ਕਿਹੜੀ ਤੁਹਾਨੂੰ ਸੂਟੇਬਲ ਹੈ, ਉਹਦੇ ਬਾਰੇ ਅਸੀਂ ਗੱਲਬਾਤ ਕਰਦੇ ਹਾਂ। ਔਰ ਤੁਹਾਡੀਆਂ ਬਹੁਤ ਫੋਨ ਕਾਲ ਆਉਂਦੀਆਂ ਨੇ ਸਾਨੂੰ, ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ, ਇਹ ਜਾਣਕਾਰੀ ਹੋਰ ਜਾਣੀ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਦਾ। ਔਰ ਤੁਹਾਡੇ ਜਿਹੜੇ ਕੁਐਸਚਨ ਵੀ ਹੈਗੇ ਆ ਤੁਸੀਂ ਸਾਨੂੰ ਕਰ ਸਕਦੇ ਹੋ ਸਟੂਡੀਓ 'ਚ ਫੋਨ ਕਰਕੇ ਵੀ ਤੁਸੀਂ ਕੁਐਸਚਨ ਆਪਦੇ ਲਿਖਾ ਸਕਦੇ ਹੋ, ਨੋਟ ਕਰਵਾ ਸਕਦੇ ਹੋ। ਔਰ ਜੇਕਰ ਤੁਸੀਂ ਫੇਸਬੁੱਕ ਜਾਂ ਯੂਟਿਊਬ ਉੱਪਰ ਦੇਖ ਰਹੇ ਹੋ ਤਾਂ ਉੱਥੇ ਵੀ ਤੁਸੀਂ ਕਮੈਂਟ ਕਰਕੇ ਜਿਹੜੇ ਆਪਦੇ ਕੁਐਸਚਨ ਹੈਗੇ ਆ ਉਹ ਸਾਡੇ ਕੋਲੋਂ ਪੁੱਛ ਸਕਦੇ ਹੋ। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਪ੍ਰਸ਼ਨਾਂ ਦੇ ਉੱਤਰ, ਉਹਨਾਂ ਕੁਐਸਚਨਾਂ ਦੇ ਆਨਸਰ ਤੁਹਾਨੂੰ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ। ਸੋ ਬਲਜੀਤ ਜੀ, ਅੱਜ ਆਪਾਂ ਗੱਲਬਾਤ ਕਰਾਂਗੇ ਡਿਸਏਬਿਲਟੀ ਇੰਸ਼ੋਰੈਂਸ ਬਾਰੇ। ਸੋ ਜਿਸ ਤਰ੍ਹਾਂ ਆਪਾਂ ਨੂੰ ਨਾਂ ਤੋਂ ਹੀ ਥੋੜ੍ਹਾ ਜਿਹਾ ਵਾਕਫ ਹੋ ਰਿਹਾ ਕਿ ਡਿਸਏਬਿਲਟੀ, ਜਦੋਂ ਬੰਦਾ ਡਿਸਏਬਲ ਹੋ ਜਾਂਦਾ, ਕੰਮ ਨਹੀਂ ਕਰ ਸਕਦਾ, ਕੰਮ ਦੇ ਯੋਗ ਨਹੀਂ ਰਹਿੰਦਾ, ਤਾਂ ਉਦੋਂ ਕਿਹੜੀ ਇੰਸ਼ੋਰੈਂਸ ਹੈ ਜਿਹੜੀ ਕੰਮ ਆਉਂਦੀ ਆ। ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਡਿਸਏਬਿਲਟੀ ਇੰਸ਼ੋਰੈਂਸ ਬਾਰੇ ਸਾਂਝ ਪਾਇਓ ਕਿ ਕੀ ਹੁੰਦੀ ਹੈ ਜੀ। ਹਾਂਜੀ, ਜਿੱਦਾਂ ਵੀ ਤੁਸੀਂ ਮੈਂਸ਼ਨ ਕੀਤਾ ਹੈ ਵੀ ਅੱਜ ਆਪਾਂ ਟੌਪਿਕ ਜਿਹੜਾ ਲੈ ਕੇ ਆਏ ਡਿਸੇਬਿਲਟੀ ਇੰਸ਼ੋਰੈਂਸ, ਜਿਹਨੂੰ ਆਪਾਂ ਕਈ ਵਾਰੀ ਇਨਕਮ ਰਿਪਲੇਸਮੈਂਟ ਵੀ ਕਹਿ ਸਕਦੇ ਹਾਂ ਜਾਂ ਪ੍ਰੋਟੈਕਸ਼ਨ ਫॉर ਪੇ ਚੈੱਕ ਵੀ ਕਹਿ ਸਕਦੇ ਹਾਂ, ਰਾਈਟ। ਸੋ ਇਹਦੇ ਵਿੱਚ ਕੋਈ ਕਾਰਨ ਕਰਕੇ ਕਈ ਵਾਰੀ ਇੰਜਰੀ ਹੋ ਸਕਦੀ ਆ, ਜਾਂ ਆਪਾਂ ਨੂੰ ਕੋਈ ਇਲਨੈਸ ਆ ਗਈ ਆ, ਜਾਂ ਆਪਾਂ ਕਹਿ ਸਕਦੇ ਹਾਂ ਵੀ ਕੋਈ ਡਿਪਰੈਸ਼ਨ ਜਾਂ ਮੈਂਟਲ ਹੈਲਥ ਇਸ਼ੂ ਆ ਗਿਆ ਆ, ਉਹਦੇ ਕਰਕੇ ਆਪਣੀ ਜਿਹੜੀ ਡਿਊਟੀ ਆ ਜਾਂ ਆਪਣੀ ਜੌਬ ਆ, ਆਪਾਂ ਜੌਬ 'ਤੇ ਨਹੀਂ ਜਾ ਸਕਦੇ ਹੈਗੇ। ਹੁਣ ਜੌਬ 'ਤੇ ਅਗਰ ਆਪਾਂ ਨਹੀਂ ਜਾਂਦੇ ਹੈਗੇ ਤੇ ਆਪਣੀ ਜਿਹੜੀ ਇਨਕਮ ਆ ਰਹੀ ਆ ਉਹ ਆਉਣੀ ਸਟਾਪ ਹੋ ਜਾਂਦੀ ਆ। ਸੋ ਹੁਣ ਇਸ ਰਿਸਕ ਜਿਹੜਾ ਆ, ਆਪਾਂ ਇਹਨੂੰ ਮੈਨੇਜ ਕਰਨ ਵਾਸਤੇ ਕੰਪਨੀਆਂ ਨੇ ਕਹਿ ਲਓ ਵੀ, ਜਾਂ ਆਪਣੇ ਕੈਨੇਡਾ ਦੇ ਵਿੱਚ ਡਿਸੇਬਿਲਟੀ ਜਿਹੜੀ ਇੰਸ਼ੋਰੈਂਸ ਪਲਾਨ ਆ ਉਹ ਬੇਸਿਕਲੀ ਇਸ ਰਿਸਕ ਨੂੰ ਮੈਨੇਜ ਕਰਦੀ ਆ। ਸੋ ਹੁਣ ਜੇ ਆਪਾਂ ਦੇਖਿਆ ਜਾਵੇ ਤਾਂ ਕਈ ਵਾਰੀ ਆਪਣਾ ਕੁਐਸਚਨ ਵਿਊਅਰਸ ਦਾ ਆਉਂਦਾ ਆ ਵੀ ਇੰਸ਼ੋਰੈਂਸ ਕਿਹੜੀ ਲੈਣੀ ਜ਼ਿਆਦਾ ਜ਼ਰੂਰੀ ਆ। ਸੋ ਮੈਂ ਤਾਂ ਹਮੇਸ਼ਾ ਕਹਾਂਗੀ ਐਜ਼ ਏ ਇੰਸ਼ੋਰੈਂਸ ਐਡਵਾਈਜ਼ਰ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਵੀ, ਜਿਹੜੇ ਆਪਣੇ ਸਾਰੇ ਰਿਸਕ ਆ, ਆਪਾਂ ਸਾਰੇ ਰਿਸਕ ਨੂੰ ਪ੍ਰੋਟੈਕਸ਼ਨ ਜਿਹੜੀ ਆ ਬਣਦੀ ਆ ਵੀ ਆਪਾਂ ਸਾਰੀ ਜਿਹੜੀ ਆ ਪੀਸ ਮਾਈਂਡ ਵਾਸਤੇ ਆਪਾਂ ਆਪਣੀ ਪ੍ਰੋਟੈਕਸ਼ਨ ਲੈ ਕੇ ਰੱਖੀਏ। ਤੇ ਉਹਦਾ ਇਹਦੇ ਵਿੱਚ ਇਹ ਵੀ ਹੋ ਸਕਦਾ ਜਿੱਦਾਂ ਆਪਣੀ ਲਾਈਫ ਇੰਸ਼ੋਰੈਂਸ ਹੋ ਗਈ ਆ ਜਿਹੜੀ ਵੈਰੀ ਪਪੂਲਰ, ਐਂਡ ਦੈਨ ਦੇयर ਇਜ਼ ਅ ਡਿਸੇਬਿਲਟੀ ਇੰਸ਼ੋਰੈਂਸ ਜਿਹਦੇ ਬਾਰੇ ਆਪਾਂ ਅੱਜ ਗੱਲ ਕਰ ਰਹੇ ਹਾਂ। ਤੇ ਤੀਸਰੀ ਜਿਹੜੀ ਆ ਕ੍ਰਿਟੀਕਲ ਇੰਸ਼ੋਰੈਂਸ, ਜਿਹੜੀ ਇਲਨੈਸ ਕਹਿ ਲਓ ਵੀ ਆਪਾਂ ਨੂੰ ਕੋਈ ਇਲਨੈਸ ਆ ਜਾਂਦੀ ਆ, ਉਹਦੇ ਕਰਕੇ ਆਪਾਂ ਕੰਮ ਤੇ ਨਹੀਂ ਜਾ ਸਕਦੇ। ਸੋ ਦੋਜ਼ ਆਰ ਦ ਮੇਨ 3 ਪਪੂਲਰ ਇੰਸ਼ੋਰੈਂਸ। ਸੋ ਜਿੱਦਾਂ ਡਿਸੇਬਿਲਟੀ ਇੰਸ਼ੋਰੈਂਸ ਆ, ਮੈਂ ਕਹੂੰਗੀ ਵੀ ਸਭ ਤੋਂ ਜ਼ਰੂਰੀ ਆ ਕਰਕੇ ਭਾਜੀ ਇਹਦੀ ਡਿਸੇਬਲ ਹੋਣ ਦੇ ਚਾਂਸ, ਜਾਂ ਕਹਿ ਲਓ ਵੀ ਇੰਜਰੀ ਹੋਣ ਦੇ ਚਾਂਸ ਜਿਹੜੇ ਆ ਉਹ ਸਭ ਤੋਂ ਜ਼ਿਆਦਾ ਆ, ਰਾਈਟ। ਜਿੱਦਾਂ ਹੁਣ ਆਪਾਂ ਸਟੈਟਸ ਦੇਖਦੇ ਹਾਂ, 1 in 3 ਪੀਪਲ 90 ਡੇਜ਼ ਤੋਂ ਲੈ ਕੇ ਆਪਾਂ 6 ਮੰਥ ਤੱਕ ਵੀ ਕਰ ਸਕਦੇ ਹਾਂ ਵੀ ਆਪਾਂ ਨੂੰ ਕੋਈ ਇੰਜਰੀ ਇੱਦਾਂ ਦੀ ਆ ਸਕਦੀ ਹੈ ਵੀ ਕੋਈ ਫ੍ਰੈਕਚਰ ਹੋ ਗਿਆ, ਜਾਂ ਆਪਣੇ ਕਹਿ ਲਓ ਵੀ ਆਪਣੇ ਸੱਟ ਲੱਗ ਗਈ ਆ, ਜਾਂ ਆਪਣੀ ਬਾਂਹ 'ਤੇ ਕੋਈ ਇੰਜਰੀ ਹੋ ਗਈ ਆ, ਹੋ ਸਕਦਾ ਵੀ ਘਰੇ ਹੀ ਇੱਦਾਂ ਦੀ ਇੰਜਰੀ ਆ ਗਈ ਆ, ਉਹਦੇ ਕਰਕੇ ਆਪਾਂ ਕੰਮ 'ਤੇ ਨਹੀਂ ਜਾ ਸਕਦੇ ਹੈਗੇ। ਸੋ ਦੋਜ਼ ਆਰ ਲਾਈਕ ਜਿਹਨੂੰ ਆਈ ਵੁੱਡ ਸੇ ਇੰਸਟੈਡ ਆਫ ਲਾਈਫ ਇੰਸ਼ੋਰੈਂਸ। ਲਾਈਫ ਇੰਸ਼ੋਰੈਂਸ ਜਿਹੜੀ ਜਦੋਂ ਆਪਾਂ ਸਟੈਟਸ ਦੇਖਦੇ ਹਾਂ ਵੀ ਜਿਹੜੀ ਆ ਡੈਥ ਆ ਵੀ ਹਾਂ ਇਲਨੈਸ ਕਰਕੇ ਵੀ ਹੋ ਸਕਦੀ ਆ, ਜਾਂ ਆਪਾਂ ਐਕਸੀਡੈਂਟ ਕਰਕੇ ਹੋ ਸਕਦੀ ਆ, ਪਰ ਜਦੋਂ ਆਪਾਂ ਸਟੈਟਸ ਦੇਖਦੇ ਹਾਂ ਵੀ ਜਿੱਦਾਂ ਰੇਸ਼ੀਓ ਦੇਖਦੇ ਹਾਂ, ਦਿਸ ਇਜ਼ 1 in 3, ਸੋ ਵਿਚ ਇਜ਼ ਵੈਰੀ ਵੈਰੀ ਲਾਈਕ ਇਟਸ ਗੋਇੰਗ ਟੂ ਹੈਪਨ ਬੇਸਿਕਲੀ। ਸੋ ਆਪਾਂ ਜਿੱਦਾਂ ਹੁਣ ਲਾਈਫ ਸਟਾਈਲ ਜਿਹੜਾ ਆ ਆਪਣਾ, ਉਹ ਲਾਈਫ ਸਟਾਈਲ ਭਾਜੀ ਕਾਹਦੇ 'ਤੇ ਚੱਲਦਾ ਆ, ਆਪਣੀ ਇਨਕਮ 'ਤੇ। ਸੋ ਜੇ ਆਪਾਂ ਕਹਿ ਦਈਏ ਵੀ ਆਪਾਂ ਆਪਣੀ ਜਿਹੜੀ ਆ ਕਹਿ ਲਓ ਵੀ ਫਾਈਨੈਂਸ਼ੀਅਲ ਪਲਾਨ ਦਾ ਹਾਊਸ ਕਹਿ ਲਓ, ਰਾਈਟ, ਜਿਹੜੀ ਫਾਊਂਡੇਸ਼ਨ ਆਪਾਂ ਰੱਖ ਕੇ ਚੱਲਦੇ ਹਾਂ ਉਹ ਹੈਗੀ ਆਪਣੀ ਅਰਨਿੰਗ, ਬੇਸਿਕਲੀ ਆਪਣੀ ਇਨਕਮ। ਸੋ ਹੁਣ ਆਪਾਂ ਪਹਿਲਾਂ ਫਾਊਂਡੇਸ਼ਨ ਇਨਕਮ ਦੀ ਰੱਖ ਲਈ ਆ, ਤਾਂ ਉਸ ਤੋਂ ਅੱਗੇ ਆ ਜਾਂਦਾ ਹੈ ਆਪਣਾ ਕਹਿ ਲਓ ਵੀ ਸ਼ੈਲਟਰ, ਆਪਣਾ ਹਾਊਸ ਜਿਹੜਾ ਆਪਾਂ ਓਨ ਕਰਦੇ ਹਾਂ ਜਾਂ ਆਪਾਂ ਰੈਂਟ ਕਰ ਰਹੇ ਹਾਂ, ਜਿੱਥੇ ਆਪਾਂ ਰਹਿ ਰਹੇ ਹਾਂ। ਸੋ ਸਿੰਪਲ ਸ਼ਬਦਾਂ ਵਿੱਚ ਪੰਜਾਬੀ 'ਚ ਆਪਾਂ ਕਹਿ ਸਕਦੇ ਹਾਂ ਰੋਟੀ ਕੱਪੜਾ
ਔਰ ਮਕਾਨ, ਰਾਈਟ। ਸੋ ਹੁਣ ਤੀਸਰੀ ਤੇ ਆਪਾਂ ਕਹਿੰਦੇ ਆ ਵੀ ਸਾਡਾ ਜਿਹੜਾ ਲਾਈਫ ਸਟਾਈਲ ਆ ਉਹ ਆ ਜਾਂਦਾ ਆ, ਆਪਣੀ ਕਹਿ ਲਓ ਵੀ ਪਰਸਨਲ ਪ੍ਰੋਪਰਟੀਜ਼ ਜਿਹੜੀਆਂ ਆ, ਤੇ ਚੌਥੇ ਤੇ ਆਪਣੀ ਜਿਹੜੀ ਸੇਵਿੰਗ ਐਂਡ ਇਨਵੈਸਟਮੈਂਟ ਕਹਿ ਲਓ। ਹੁਣ ਆਪਾਂ ਜਿਹੜੀਆਂ ਇਹ ਤਿੰਨੋਂ ਹੀ ਚੀਜ਼ਾਂ ਆ, ਆਪਾਂ ਘਰ ਦਾ ਕਹਿੰਦੇ ਆ, ਅਗਰ ਤੁਸੀਂ ਰੈਂਟ ਤੇ ਰਹਿੰਦੇ ਆ ਜੀ ਫਿਰ ਵੀ ਆਪਾਂ ਨੂੰ ਲੈਂਡਲੋਰਡ ਕਹਿੰਦਾ ਵੀ ਆਪਣੀ ਤੁਸੀਂ ਇੰਸ਼ੋਰੈਂਸ ਜ਼ਰੂਰ ਕਰਾ ਕੇ ਰੱਖੋ, ਰਾਈਟ। ਅਗਰ ਆਪਾਂ ਓਨ ਕਰਦੇ ਆ ਤਾਂ ਆਪਾਂ ਨੂੰ ਉਨਾ ਚੱਕਰ ਚਾਬੀ ਨਹੀਂ ਮਿਲਦੀ ਘਰ ਦੀ ਜਿੰਨਾ ਚੱਕਰ ਆਪਾਂ ਇੰਸ਼ੋਰੈਂਸ ਨਹੀਂ ਕਰਦੇ ਹੈਗੇ। ਸੋ ਆਪਣਾ ਘਰ ਵੀ ਇੰਸ਼ੋਰਡ ਹੋ ਗਿਆ, ਆਪਣੀ ਕੋਈ ਪਰਸਨਲ ਪ੍ਰਾਪਰਟੀ ਆ ਜਿਹੜੀ ਆਪਾਂ ਕਹਿੰਦੇ ਆ ਵੀ ਬਹੁਤ ਕੀਮਤੀ ਆ, ਆਪਾਂ ਉਹਦੀ ਇੰਸ਼ੋਰੈਂਸ ਵੀ ਕਰਾ ਕੇ ਰੱਖਦੇ ਆ। ਇੱਥੋਂ ਤੱਕ ਵੀ ਆਪਣਾ ਸਿੰਪਲ ਫੋਨ ਜਿਹੜਾ ਆ ਆਪਾਂ ਉਹਦੀ ਵੀ ਇੰਸ਼ੋਰੈਂਸ ਲੈਂਦੇ ਆ, ਰਾਈਟ। ਸੋ ਹੁਣ ਉਸ ਤੋਂ ਅੱਗੇ ਆ ਜਾਂਦਾ ਹੈ ਆਪਾਂ ਜਿੱਦਾਂ ਮੈਂਸ਼ਨ ਕੀਤਾ ਵੀ ਆਪਣਾ ਲਾਈਫ ਸਟਾਈਲ ਜਾਂ ਕਹਿ ਲਓ ਆਪਣੀ ਸੇਵਿੰਗ। ਸੋ ਹੁਣ ਜਿਹੜੀਆਂ ਸਾਰੀਆਂ ਹੀ ਚੀਜ਼ਾਂ ਆ ਆਪਣੀ ਇਨਕਮ ਸਟਾਪ ਹੋ ਜਾਂਦੀ ਆ, ਤੇ ਇਹਦਾ ਮਤਲਬ ਵੀ ਆਪਣੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਫਾਊਂਡੇਸ਼ਨ ਦੇ ਉੱਪਰ ਆਪਾਂ ਫਾਈਨੈਂਸ਼ੀਅਲ ਹਾਊਸ ਦੇ ਵਿੱਚ ਉੱਪਰ ਟਿਕਾਈਆਂ ਸੀ, ਸਾਰੀਆਂ ਦੇ ਆਰ ਗੋਇੰਗ ਟੂ ਬੀ ਡਨ, ਰਾਈਟ। ਸੋ ਵੀ ਬੇਸਿਕਲੀ ਇਟਸ ਆਲ ਗੋਨ ਜੀ, ਆਪਣੀ ਇਨਕਮ ਸਟਾਪ ਹੋ ਜਾਂਦੀ ਹੈ। ਸੋ ਬਹੁਤ ਜ਼ਰੂਰੀ ਬਣ ਜਾਂਦਾ ਵੀ ਆਪਣੀ ਜਿਹੜੀ ਹੈ ਡਿਸੇਬਿਲਟੀ ਇੰਸ਼ੋਰੈਂਸ ਆ ਫॉर ਪੀਸ ਆਫ ਮਾਈਂਡ, ਇਹਨੂੰ ਜ਼ਰੂਰ ਕਰਕੇ ਰੱਖੋ। ਤੇ ਇਸੇ ਕਰਕੇ ਆਪਾਂ ਇਹ ਟੌਪਿਕ ਜਿਹੜਾ ਆ ਅੱਜ ਲੈ ਕੇ ਆਏ ਹਾਂ ਆਪਣੇ ਵਿਊਅਰਸ ਵਾਸਤੇ, ਵੀ ਤੁਹਾਡੀ ਜਿਹੜੀ ਸਭ ਤੋਂ ਕੀਮਤੀ ਚੀਜ਼ ਆ ਉਹ ਤੁਹਾਡੀ ਹੈਗੀ ਆ ਅਰਨਿੰਗ ਪੋਟੈਂਸ਼ੀਅਲ, ਮੀਨਿੰਗ ਵੀ ਤੁਹਾਡੇ ਪੈਸੇ ਕਮਾਉਣ ਦੀ ਜਿਹੜੀ ਕਹਿ ਲਓ ਵੀ ਕੈਪੇਬਿਲਿਟੀ, ਰਾਈਟ। ਅਗਰ ਉਹ ਨਹੀਂ ਹੈਗੀ ਦੈਨ ਯੂ ਹੈਵ ਨਥਿੰਗ ਬੇਸਿਕਲੀ, ਸਾਰਾ ਕੁਝ ਸਟਾਪ ਹੋ ਜਾਂਦਾ ਹੈ, ਰਾਈਟ। ਯਾ ਸੋ ਕਿੰਨੇ ਟਾਈਪ ਦੀਆਂ ਆਪਣੀਆਂ ਪਾਲਿਸੀਜ਼ ਹੈਗੀਆਂ, ਕਿਉਂਕਿ ਜਦੋਂ ਆਪਾਂ ਡਿਸੇਬਿਲਿਟੀ ਦੀ ਗੱਲ ਕਰਦੇ ਹਾਂ, ਡਿਸੇਬਿਲਿਟੀ ਉਹਦੇ ਜਿਸ ਤਰ੍ਹਾਂ ਮੈਂ ਸੋਚ ਰਿਹਾ ਤੁਸੀਂ ਉਹਦੇ 'ਚ ਸੋਧ ਵੀ ਕਰ ਸਕਦੇ ਹੋ। ਕਈ ਵਾਰ ਆਪਾਂ ਦੇਖਦੇ ਹਾਂ ਟੈਂਪਰੇਰੀ ਡਿਸੇਬਲ ਹੋ ਜਾਂਦਾ ਬੰਦਾ, ਰਾਈਟ, ਇੱਕ ਪਰਮਾਨੈਂਟ ਡਿਸੇਬਿਲਿਟੀ ਹੈਗੀ ਆ। ਸੋ ਇਹ ਕਈ ਤਰ੍ਹਾਂ ਦੀਆਂ ਡਿਸੇਬਿਲਿਟੀਜ਼ ਹੋ ਜਾਂਦੀਆਂ ਹੈਗੀਆਂ, ਕਿਹੜੇ ਹਾਲਾਤਾਂ ਦੇ ਵਿੱਚ ਆਪਾਂ ਨੂੰ ਉਹ ਇੰਸ਼ੋਰੈਂਸ ਮਿਲ ਜਾਂਦੀ ਹੈ, ਅਤੇ ਕਿਹੜੇ ਹਾਲਾਤਾਂ 'ਚ ਆਪਾਂ ਨੂੰ ਜਾਂ ਕਿਹੜੀ ਡਿਸੇਬਿਲਿਟੀ ਹੈ ਜਦੋਂ ਇੰਸ਼ੋਰੈਂਸ ਵਾਲੇ ਇਗਨੋਰ ਕਰ ਸਕਦੇ ਆ, ਜਾਂ ਆਪਾਂ ਨੂੰ ਕਹਿ ਦੇ ਸਕਦੇ ਆ ਵੀ ਇਹ ਨਹੀਂ, ਤੁਹਾਨੂੰ ਨਹੀਂ ਇੰਸ਼ੋਰੈਂਸ ਮਿਲਣੀ, ਤੁਸੀਂ ਐਲੀਜੀਬਲ ਨਹੀਂ ਹੋ। ਸੋ ਉਹਦੀਆਂ ਟਾਈਪਸ ਥੋੜ੍ਹੀਆਂ ਦੱਸੋ, ਜਦੋਂ ਕਿਉਂਕਿ ਕੋਈ ਵੀ ਡਿਸੇਬਿਲਿਟੀ ਜਦੋਂ ਆ ਜਾਂਦੀ ਹੈ ਆਪਣੀ ਇਨਕਮ ਤਾਂ ਸਟਾਪ ਹੋ ਜਾਂਦੀ, ਰਾਈਟ। ਸੋ ਮਕਸਦ ਆਪਣਾ ਇਹੀ ਹੈ ਕਿ ਆਪਣਾ ਬ੍ਰੈਡ ਐਂਡ ਬਟਰ ਜਿਹੜਾ ਉਹ ਚੱਲਦਾ ਰਹੇ ਜੀ, ਸਾਡੀ ਜਿਹੜੀ ਇਨਕਮ ਰਿਪਲੇਸ ਹੋ ਜਾਵੇ, ਇੰਸ਼ੋਰੈਂਸ ਜਿਹੜੀ ਹੈਗੀ ਆ ਸਾਨੂੰ ਉਹ ਮਿਲ ਜਾਵੇ, ਕਿਉਂਕਿ ਹੁਣ ਅਸੀਂ ਡਿਸੇਬਲ ਹੋ ਗਏ ਹਾਂ, ਕੰਮ ਨਹੀਂ ਕਰ ਸਕਦੇ। ਸੋ ਇਹਦੇ ਬਾਰੇ ਥੋੜ੍ਹਾ ਜਿਹਾ ਦੱਸਿਓ ਕਿ ਕਿੰਨੀਆਂ ਟਾਈਪ ਦੀ ਜਿਹੜੀ ਆਪਣੀ ਇੰਸ਼ੋਰੈਂਸ ਹੈਗੀ ਆ ਔਰ ਕਿਸ ਤਰ੍ਹਾਂ ਸਾਰੇ ਕੰਮ ਕਰਦੀਆਂ ਨੇ। ਹਾਂਜੀ, ਸੋ ਇੱਕ ਤਾਂ ਜੀ ਜਿੱਦਾਂ ਆਪਾਂ ਮੈਂਸ਼ਨ ਕੀਤਾ ਵੀ ਜਿਹੜੀ ਆਪਣੀ ਇਨਕਮ ਰਿਪਲੇਸਮੈਂਟ ਪਾਲਿਸੀ ਕਹਿ ਲਓ ਜਾਂ ਇੰਸ਼ੋਰੈਂਸ ਜਾਂ ਡਿਸੇਬਿਲਿਟੀ ਕਹਿ ਲਓ, ਰਾਈਟ। ਇਹ ਬੇਸਿਕਲੀ ਜਦੋਂ ਤੁਸੀਂ ਕੰਮ ਕਰਨ ਦੇ ਯੋਗ ਨਹੀਂ ਰਹਿੰਦੇ ਹੈਗੇ, ਸੋ ਦੈਟ ਕੁਡ ਬੀ ਸ਼ੋਰਟ ਟਰਮ, ਕੋਈ ਫ੍ਰੈਕਚਰ ਜਿੱਦਾਂ ਆਪਾਂ ਐਗਜ਼ਾਮਪਲ ਯੂਜ਼ ਕੀਤੀ, ਕੋਈ ਫ੍ਰੈਕਚਰ ਆ ਗਿਆ ਉਹਦੇ ਕਰਕੇ ਆਪਾਂ 3 ਮਹੀਨੇ 2 ਮਹੀਨੇ ਆਪਾਂ ਨੂੰ ਜਿੱਦਾਂ ਵੀ ਡਾਕਟਰ ਨੇ ਐਡਵਾਈਸ ਦਿੱਤੀ ਆ, ਆਪਾਂ ਡਾਕਟਰ ਦੀ ਐਡਵਾਈਸ ਤੇ ਘਰੇ ਰਹਿ ਰਹੇ ਹਾਂ ਵੀ ਆਪਣੀ ਜਿਹੜੀ ਆ ਰਿਕਵਰੀ ਵੱਲ ਧਿਆਨ ਦੇ ਰਹੇ ਹਾਂ, ਤੇ ਆਪਾਂ ਕਹਿ ਲਓ ਵੀ 2 ਮਹੀਨੇ ਰਹਿ ਲਿਆ, 3 ਮਹੀਨੇ ਅਪ ਟੂ 6 ਮੰਥ ਜਿਹੜੀ ਆਪਾਂ ਉਹਨੂੰ ਸ਼ੋਰਟ ਟਰਮ ਡਿਸੇਬਿਲਿਟੀ ਕਹਿ ਸਕਦੇ ਹਾਂ। ਅਗਰ ਤੁਸੀਂ ਇੰਪਲੋਇਰ ਦੇ ਨਾਲ ਕੰਮ ਕਰ ਰਹੇ ਆ ਤੇ ਬੇਸਿਕਲੀ ਤੁਹਾਡੇ ਕੋਲ ਗਰੁੱਪ ਪਲਾਨ ਹੋਵੇਗਾ, ਰਾਈਟ, ਉਹਦੇ ਵਿੱਚ ਇਹ ਬੇਸਿਕਲੀ ਕਵਰ ਕਰਦੇ ਆ ਗਰੁੱਪ ਪਲਾਨ ਦੇ ਵਿੱਚ, ਅਗਰ ਇਹ ਅਪ ਟੂ 6 ਮੰਥ ਦੀ ਡਿਸੇਬਿਲਿਟੀ ਹੈਗੀ ਆ। ਅਗਰ ਉਸ ਤੋਂ ਲੌਂਗ ਹੈਗੀ ਆ ਪਰ ਜਿਹੜੀ ਆਪਾਂ ਨੂੰ ਇੰਜਰੀ ਆਈ ਇਜ਼ ਵੈਰੀ ਸੀਰੀਅਸ ਇੰਜਰੀ ਐਂਡ ਕੁਡ ਬੀ ਡਿਊ ਟੂ ਮੇਬੀ ਕਾਰ ਐਕਸੀਡੈਂਟ, ਰਾਈਟ। ਸੋ ਉਹਦੇ ਕਰਕੇ ਆਪਣੀ ਜਿਹੜੀ ਰਿਕਵਰੀ ਆ ਉਹ 6 ਮੰਥ ਤੋਂ ਲੌਂਗਰ ਵੀ ਹੋ ਸਕਦੀ ਆ। ਸੋ ਹੁਣ ਉਸ ਚਾਂਸ ਦੇ ਵਿੱਚ ਜਿੱਦਾਂ ਆਪਾਂ ਕਹਿ ਲਓ ਵੀ ਆਪਣੀ ਰਿਕਵਰੀ ਲੌਂਗਰ ਆ, ਤੇ ਦੈਟ ਮੀਨ ਆਪਣੀ ਜਿਹੜੀ ਆ ਗਰੁੱਪ ਪਲਾਨ ਆ ਮੋਸਟ ਦਾ ਟਾਈਮ ਆਪਾਂ ਨੂੰ 6 ਮੰਥ ਦਾ ਉਹ ਪੇ ਕਰਦੇ ਆ ਕੰਪਨੀ ਵਾਲੇ। ਪਰ ਜਿੱਦਾਂ ਹੁਣ ਆਪਾਂ ਕਹਿ ਲਓ ਵੀ ਆਪਾਂ ਟਰੱਕ ਡਰਾਈਵਰ ਆ, ਆਪਾਂ ਸੈਲਫ ਇੰਪਲੋਇਡ ਪੀਪਲ ਆ, ਜਿੱਦਾਂ ਉਹਨਾਂ ਦੇ ਵਿੱਚ ਅਸੀਂ ਵੀ ਆ ਜਾਂਦੇ ਆ, ਆਪਣੇ ਕਹਿ ਲਓ ਵੀ ਰੀਅਲ ਸਟੇਟ ਬ੍ਰੋਕਰਸ ਆ, ਇੰਸ਼ੋਰੈਂਸ ਐਡਵਾਈਜ਼ਰ ਹੋ ਗਏ, ਟੈਕਸੀ ਡਰਾਈਵਰ ਹੋ ਗਏ, ਜਿਨ੍ਹਾਂ ਦੇ ਆਪ ਦੇ ਬਿਜ਼ਨਸ ਆ, ਕੰਸਟਰਕਸ਼ਨ ਵਰਕਰਸ ਹੋ ਗਏ, ਜਾਂ ਕਹਿ ਲਓ ਵੀ ਟਰੱਕ ਡਰਾਈਵਰਸ। ਸੋ ਹੁਣ ਇਹਨਾਂ ਦੇ ਵਿੱਚ ਜਿੱਦਾਂ ਸੈਲਫ ਇੰਪਲੋਇਡ ਆ ਅਸੀਂ, ਤੇ ਸਾਡੀ ਜਿਹੜੀ ਆ ਸਾਨੂੰ ਆਪ ਆਪਣੀ ਪਾਲਿਸੀ ਜਿਹੜੀ ਹੈ ਡਿਸੇਬਿਲਿਟੀ ਆਪ ਆਪਣੀ ਖਰੀਦਣੀ ਪੈਣੀ ਆ, ਕਰਕੇ ਸਾਡੇ ਕੋਲ ਗਰੁੱਪ ਪਲਾਨ ਨਹੀਂ ਹੈਗਾ, ਰਾਈਟ। ਸੋ ਹੁਣ ਇਹਦੇ ਵਿੱਚ ਆਪਾਂ ਕਹਿ ਲਓ ਵੀ ਇੱਕ ਤਰ੍ਹਾਂ ਦੀ WSIB ਵੀ ਕਹਿ ਸਕਦੇ ਹਾਂ ਆਪਾਂ, ਜਿੱਦਾਂ ਇਜ਼ ਅ ਵਰਕ ਰਿਲੇਟਡ
ਇੰਜਰੀ। ਸੋ ਉਹ ਜਿਹੜੀ ਇੰਸ਼ੋਰੈਂਸ ਹੁੰਦੀ ਆ ਡਿਸੇਬਿਲਟੀ ਇੰਸ਼ੋਰੈਂਸ WSI ਦੇ ਥਰੂ, ਉਹ ਆਪਾਂ ਨੂੰ ਬੇਸਿਕਲੀ ਕੰਮ ਤੇ ਹੀ ਕਵਰ ਕਰਦੀ ਆ। ਸੋ ਅਗਰ ਆਪਣੇ ਕੋਈ ਇੰਜਰੀ ਜਾਂ ਆਪਾਂ ਕਹਿ ਲਓ ਵੀ ਆਪਾਂ ਕੰਮ ਕਰ ਰਹੇ ਸੀ, ਕੋਈ ਇਲਨੈਸ ਆ ਗਈ ਆ ਆਪਾਂ ਨੂੰ, ਉਹਨਾਂ ਨੇ ਜੇ ਉਸ ਟਾਈਮ ਤੇ ਆਪਾਂ ਨੂੰ ਇਦਾਂ ਦਾ ਕੁਝ ਹੋਇਆ ਆ ਤੇ ਫਿਰ WSIB ਵਾਲਿਆਂ ਨੇ ਕਵਰ ਕਰਨਾ ਆ। ਅਦਰਵਾਈਜ਼ ਜਿੱਦਾਂ ਆਪਾਂ ਘਰੇ ਆ ਜਾਂ ਆਪਾਂ ਸ਼ਾਪਿੰਗ ਜਾ ਰਹੇ ਆ, ਗਰੋਸਰੀ ਕਰ ਰਹੇ ਆ, ਵੀਕਐਂਡ ਤੇ ਆਪਾਂ ਕਿਤੇ ਗੈਸਟ ਜਾ ਰਹੇ ਆ ਕਿਸੇ ਦੇ ਘਰ, ਆਪਣਾ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਆਪਾਂ ਡਿੱਗ ਪੈਂਦੇ ਆ, ਇਹ ਜਿਹੜੀ ਫਿਰ ਜਿਹੜੀ WSIB ਇੰਸ਼ੋਰੈਂਸ ਆ ਉਹਨੇ ਤੁਹਾਨੂੰ ਨਹੀਂ ਕਵਰ ਕਰਨਾ ਹੈਗਾ ਜੀ। ਸੋ ਇੱਕ ਤਾਂ ਇਹ ਹੋ ਗਈ ਆ, ਤੇ ਇੱਕ ਇਹਦੇ ਵਿੱਚ ਮੈਂ ਇਹ ਵੀ ਜ਼ਰੂਰ ਮੈਂਸ਼ਨ ਕਰਨਾ ਚਾਹੁੰਦੀ ਆ, WSIB ਇੰਸ਼ੋਰੈਂਸ ਜਿਹੜੀ ਆ ਐਮਪਲੋਇਰ ਦੇ ਥਰੂ ਆ, ਇਹਦੇ ਜਿਹੜੇ ਕਹਿ ਲਓ ਵੀ ਡਿਨਾਇਲ ਜਾਂ ਰਿਜੈਕਸ਼ਨ ਜਿਹੜੇ ਪਰਸੈਂਟੇਜ ਆ ਭਾਜੀ ਇਜ਼ ਵੈਰੀ ਵੈਰੀ ਹਾਈ, ਬਿਕਾਜ਼ ਬਹੁਤ ਸਾਰੇ ਵੀ ਆਪਾਂ ਨੂੰ ਦੇਖਣ ਵਿੱਚ ਆਇਆ ਇਸ ਪ੍ਰੋਫੈਸ਼ਨ ਦੇ ਵਿੱਚ ਆਪਾਂ ਕੰਮ ਕਰਦੇ, ਆਪਾਂ ਰੋਜ਼ ਐਵਰੀ ਡੇ ਦੇਖਦੇ ਆ ਕੇਸਿਸ ਜਿਹਦੇ ਵਿੱਚ ਉਹ ਕਹਿੰਦੇ ਆ ਵੀ WSIB ਵਾਲੇ ਈਵਨ ਦੋ ਅਸੀਂ ਕੰਮ ਨਹੀਂ ਕਰ ਸਕਦੇ ਹੈ ਡਿਊ ਟੂ ਦੀ ਇੰਜਰੀ ਜਾਂ ਕੋਈ ਇਲਨੈਸ ਆ ਗਈ ਆ, ਫਿਰ ਵੀ WSIB ਨੇ ਸਾਨੂੰ ਜਵਾਬ ਦੇ ਦਿੱਤਾ ਆ। ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿਹੜਾ ਤੁਹਾਡਾ ਕਲਾਇੰਟ ਹੈ ਜਾਂ ਜਿਹਨੇ ਅਪਲਾਈ ਕੀਤਾ ਵੀ ਉਹਨੂੰ ਰਿਜੈਕਟ ਕੀਤਾ ਜਾਵੇ, ਕਿਉਂਕਿ ਉਹਨਾਂ ਨੇ ਇਨ ਦੀ ਫੇਵਰ ਆਫ ਇੰਸ਼ੋਰੈਂਸ ਕੰਪਨੀ ਜਾਂ ਉਹਦੇ ਵਾਸਤੇ ਕੰਮ ਕਰਨਾ, ਐਮਪਲੋਇਰ ਦੇ ਫੇਵਰ ਚ ਉਹਨਾਂ ਨੇ ਕੰਮ ਕਰਨਾ, ਨਾ ਕਿ EMPLOYE ਵਾਸਤੇ। ਦੈਟਸ ਰਾਈਟ। ਸੋ ਯੂ ਆਰ 100% ਰਾਈਟ ਭਾਜੀ, ਬਿਕਾਜ਼ ਇੱਥੇ ਥੋੜਾ ਜਿਹਾ, ਬਹੁਤ ਥੋੜਾ ਨਹੀਂ ਮੈਂ ਤਾਂ ਕਹੂੰਗੀ ਬਹੁਤ ਹਾਰਡ ਕਰ ਦਿੰਦੇ ਆ ਤੁਹਾਨੂੰ ਜੇ ਤੁਸੀਂ ਬੈਨੀਫਿਟ WSI ਦੇ ਥਰੂ ਲੈਣੇ ਆ। ਹੁਣ ਦੂਸਰਾ ਆਪਣਾ ਇਹਦੇ ਵਿੱਚ ਆ ਜਾਂਦਾ ਆ ਵੀ ਕੈਨੇਡਾ ਡਿਸੇਬਿਲਟੀ। ਸੋ ਉਹਦੇ ਵਿੱਚ ਉਹ ਅਗੇਨ ਬਹੁਤ ਦੇਖਦੇ ਆ ਵੀ ਤੁਹਾਨੂੰ ਜਿਹੜੀ ਇੰਜਰੀ ਆਈ ਆ ਵੀ ਤੁਸੀਂ ਹੁਣ ਕੰਮ ਕਰਨ ਦੇ ਯੋਗ ਨਹੀਂ ਹੈਗੇ, ਇਜ਼ ਅ ਪ੍ਰੋਲੋਂਗਡ ਡਿਸੇਬਿਲਟੀ, ਮੀਨਿੰਗ ਦੈਟ ਇਜ਼ ਯੂ ਨੋ ਵਾਟ ਇਜ਼ ਫੋਰਐਵਰ, ਤੁਸੀਂ ਹੁਣ ਕੰਮ ਕਰ ਹੀ ਨਹੀਂ ਸਕਦੇ ਹੈਗੇ। ਸੋ ਉਹ ਜਦੋਂ ਆਪਾਂ ਨੂੰ ਬੈਨੀਫਿਟ ਮਿਲਦਾ ਹੈ ਭਾਜੀ, ਉਹ ਬੈਨੀਫਿਟ ਜਿਹੜਾ ਹੈ ਇਜ਼ ਵੈਰੀ ਵੈਰੀ ਸਮਾਲ ਬੈਨੀਫਿਟ। ਸੋ ਮੈਂ ਕਹੂੰਗੀ $1000 ਜਿਹੜਾ ਆਪਣਾ ਵੀ ਇਸ ਯੁੱਗ ਦੇ ਵਿੱਚ ਜੇ ਆਪਾਂ ਦੇਖਦੇ ਆ ਅੱਜ ਦੇ ਦਿਨ ਦੇ ਵਿੱਚ ਤੇ ਆਪਣਾ ਰੈਂਟ ਵੀ ਕਵਰ ਨਹੀਂ ਕਰੇਗਾ। ਰਾਈਟ, ਮੈਨੂੰ ਲੱਗਦਾ ਜੇ ਤੁਸੀਂ ਕੈਨੇਡਾ ਪੈਨਸ਼ਨ ਪਲਾਨ CPP ਦੀ ਗੱਲ ਕਰਦੇ ਹੋ, ਜੇ ਆਪਾਂ ਅਰਲੀ ਡਿਊ ਟੂ ਲੈਣੀ ਹੋਵੇ ਬਿਕਾਜ਼ ਆਫ ਡਿਸੇਬਿਲਟੀ, ਤਾਂ ਉਹ ਤੁਹਾਡੇ ਵਰਕ ਜਿੰਨਾ ਤੁਸੀਂ ਕੰਮ ਕੀਤਾ ਆਪਦੀ ਲਾਈਫ ਦੇ ਵਿੱਚ ਉਹਦੇ ਦੇ ਆਧਾਰਿਤ ਮੈਨੂੰ ਲੱਗਦਾ ਉਹ ਐਗਜ਼ੈਕਟਲੀ, ਬਿਕਾਜ਼ ਉਹ ਦੇਖਦੇ ਆ ਆਪਾਂ ਇਨਪੁਟ ਕਿੰਨੀ ਪਾਈ ਆ ਉਸ ਪਲਾਨ ਦੇ ਵਿੱਚ। ਰਾਈਟ, ਆਪਾਂ ਕੰਮ ਕਰਦੇ ਸੀ ਤੇ ਆਪਾਂ ਕਿੰਨੀ ਕੁ ਜਿਹੜੀ ਕੈਨੇਡਾ PP ਆ CPP ਆਪਾਂ ਕਿੰਨੀ ਕੁ ਕਟਾਈ ਆ ਆਪਣੇ ਉਹਦੇ ਹਿਸਾਬ ਨਾਲ ਆਪਾਂ ਨੂੰ ਮਿਲਣੀ ਹੈ। ਰਾਈਟ, ਸੋ ਇਟਸ ਅਗੇਨ ਵੈਰੀ ਸਮਾਲ ਪਰਸੈਂਟੇਜ। ਸੋ ਇਸ ਕਰਕੇ ਅਸੀਂ ਹਮੇਸ਼ਾ ਜ਼ੋਰ ਦਿੰਦੇ ਆ ਵੀ ਤੁਸੀਂ ਜਿਹੜੀ ਆਪਣੀ ਡਿਸੇਬਿਲਟੀ ਆ ਆਪਣੀ ਸਟੈਂਡ ਲੋਨ ਪਾਲਿਸੀ ਜਿੱਦਾਂ ਕਹਿ ਲਓ ਵੀ ਪ੍ਰਾਈਵੇਟ ਇੰਸ਼ੋਰੈਂਸ ਤੋਂ ਆਪਣੇ ਆਪ ਤੁਸੀਂ ਉਸ ਨੂੰ ਖਰੀਦੋ ਕਰਕੇ, ਉਹਦੇ ਨਾਲ ਜਦੋਂ ਤੁਸੀਂ ਐਮਪਲੋਇਰ ਵੀ ਚੇਂਜ ਕਰ ਲੈਂਦੇ ਆ ਭਾਜੀ, ਦੈਨ ਹੈਜ਼ ਨੋ ਇਫੈਕਟ ਔਨ ਦਿਸ ਇੰਸ਼ੋਰੈਂਸ। ਇਹ ਜਿਹੜੀ ਇੰਸ਼ੋਰੈਂਸ ਆ ਆਪਾਂ ਇੱਕ ਜੌਬ ਤੋਂ ਦੂਜੀ ਜੌਬ ਚੇਂਜ ਕਰਦੇ ਆ, ਆਪਣੀ ਜਿਹੜੀ ਇੰਸ਼ੋਰੈਂਸ ਆ ਉਹ ਆਪਾਂ ਨੂੰ ਚੇਂਜ ਕਰਨ ਦੀ ਲੋੜ ਨਹੀਂ ਹੈਗੀ ਜੀ। ਸੋ ਬਲਜੀਤ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ WSIB ਤੇ CPP ਇਹ ਇੱਕ ਦੋ ਜਿਹੜੀਆਂ ਇੰਸ਼ੋਰੈਂਸਿਸ ਹੈਗੀਆਂ ਜਿਹੜੀਆਂ ਐਮਪਲਾਇਰ ਵੱਲੋਂ ਜਾਂ ਆਪਾਂ ਕਹਿ ਲਈਏ ਇੱਕ ਕੈਨੇਡਾ ਗਵਰਨਮੈਂਟ ਵੱਲੋਂ ਦਿੱਤੀ ਜਾਂਦੀ ਹੈ। ਸੋ ਇਹ ਡਿਪੈਂਡ ਕਰਦਾ ਕਿ ਜਿਹੜੀ WSIB ਆ ਜਾਂ ਉਹ ਐਮਪਲਾਇਰ ਦੇ ਹੱਕ ਦੇ ਵਿੱਚ ਜ਼ਿਆਦਾਤਰ ਹੁੰਦੀ ਹੈ, ਔਰ ਕੈਨੇਡਾ ਪੈਨਸ਼ਨ ਪਲਾਨ ਜਿੰਨਾ ਤੁਸੀਂ ਕੰਮ ਕੀਤਾ ਉਹਦੇ ਆਧਾਰ ਤੇ ਤੁਹਾਡਾ ਜਿਹੜਾ ਹੈਗਾ ਉਹ ਡਿਟਰਮਨ ਕਰਦੇ ਆ ਕਿ ਤੁਹਾਨੂੰ ਕਿੰਨੇ ਪੈਸੇ ਮਿਲਣੇ ਆ। ਪਰ ਕੀ ਜਿਹੜੀ ਇੰਸ਼ੋਰੈਂਸ ਕੰਮ ਜਦੋਂ ਆਪਾਂ ਕਰਵਾਉਨੇ ਆ ਉਹਦਾ ਕੋਈ ਇਹਨਾਂ ਦੋਨਾਂ ਇੰਸ਼ੋਰੈਂਸ ਦੇ ਨਾਲ ਕੋਈ ਲੈਣ ਦੇਣ ਨਹੀਂ, ਉਹਦਾ ਤੁਹਾਡੀ ਸੈਪਰੇਟ ਇੰਡੀਵਿਜੂਅਲ ਪ੍ਰਾਈਵੇਟ ਇੰਸ਼ੋਰੈਂਸ ਹੈਗੀ ਆ? ਹਾਂਜੀ, ਇਟਸ ਅ ਗ੍ਰੇਟ ਕੁਐਸਚਨ। ਸੋ ਉਹ ਤੁਹਾਡੀ ਜਿਹੜੀ ਆਪਾਂ ਇੰਸ਼ੋਰੈਂਸ ਦੀ ਅੱਜ ਗੱਲ ਕਰ ਰਹੇ ਹਾਂ, ਯੂ ਆਰ ਬਾਇੰਗ ਲਾਈਕ ਯੂ ਆਰ ਪੇਇੰਗ ਵਿਦ ਆਫਟਰ ਟੈਕਸ ਡਾਲਰ। ਸੋ ਤੁਸੀਂ ਆਪਣੀ ਪੇ ਦੇ ਵਿੱਚੋਂ ਜਦੋਂ ਨੈਟ ਜਿਹੜੀ ਆ ਆਪਾਂ ਘਰੇ ਲਿਆ ਕੇ ਆਉਂਦੇ ਆ ਪੈਸਾ ਜਿਹੜਾ ਆ ਉਹਦੇ ਵਿੱਚੋਂ ਆਪਾਂ ਪ੍ਰੀਮੀਅਮ ਪੇ ਕਰ ਰਹੇ ਹਾਂ। ਸੋ ਨੈਚੁਰਲੀ ਜਿਹੜਾ ਆ ਕੰਟਰੋਲ ਜਿਹੜਾ ਆ ਭਾਜੀ ਉਹ ਤੁਹਾਡੇ ਹੱਥ ਵਿੱਚ ਆ। ਸੋ ਹੁਣ ਜਿੱਦਾਂ ਇਹਦੇ ਨਾਲ ਹੀ ਰਿਲੇਟਡ ਜਿਹੜਾ ਕੁਐਸਚਨ ਆ ਵੀ ਜਿਹੜਾ ਪ੍ਰੀਮੀਅਮ ਆ ਉਹ ਕਿੱਦਾਂ ਡਿਟਰਮਨ ਕੀਤਾ ਜਾਂਦਾ ਆ, ਰਾਈਟ। ਸੋ ਮੈਂ ਇੱਥੇ ਇਹ ਵੀ ਆਨਸਰ ਕਰਨਾ ਚਾਹੁੰਦੀ ਆ ਕਿ ਬੇਸਿਕਲੀ ਇੱਕ ਤਾਂ ਆਪਾਂ ਜਿਹੜੀ ਆਕੂਪੇਸ਼ਨ ਆ ਆਪਣੀ ਜਿਹੜੀ ਜੌਬ ਆ ਆਪਾਂ ਕਿਸ ਤਰ੍ਹਾਂ ਦੀ ਜੌਬ ਕਰ ਰਹੇ ਹਾਂ, ਆਪਾਂ ਵਾਈਟ ਕਾਲਰ ਜੌਬ ਕਰ ਰਹੇ ਹਾਂ ਕਿ ਆਪਾਂ ਲੇਬਰ ਜੌਬ ਕਰ ਰਹੇ ਹਾਂ, ਰਾਈਟ। ਸੋ ਜਿੰਨੀ ਜਾਂ ਆਪਾਂ ਡਰਾਈਵਿੰਗ ਦੀ ਜੌਬ ਕਰ
ਕਰ ਰਹੇ ਹਾਂ ਕਿ ਆਪਣੇ ਜਿਹੜੇ ਟਰੱਕਰ ਵੀਰ ਆ ਉਹਨਾਂ ਵਾਸਤੇ ਜਿਹੜੀ ਇਹ ਇੰਸ਼ੋਰੈਂਸ ਆ ਭਾਜੀ ਇਜ਼ ਵੈਰੀ ਵੈਰੀ ਪਪੂਲਰ ਵੀ ਮੈਂ ਕਹਾਂਗੀ ਤੇ ਦੂਸਰਾ ਆ ਜਿਹੜੇ ਸਾਰੇ ਆਪਣੇ ਟਰੱਕ ਵੀਰਾਂ ਦੀ ਆਪਣੀ ਓਨ ਕੰਪਨੀਆਂ ਜਾਂ ਓਨਰ ਆਪਰੇਟਰ ਆ ਉਹਨਾਂ ਨੂੰ ਉਨਾ ਚੱਕਰ ਚਾਬੀ ਨਹੀਂ ਦਿੱਤੀ ਜਾਂਦੀ ਹੈਗੀ ਟਰੱਕ ਦੀ ਜਿੰਨਾ ਚਿਰ ਉਹਨਾਂ ਕੋ ਇਹ ਇੰਸ਼ੋਰੈਂਸ ਨਹੀਂ ਹੈਗੀ ਕਰਕੇ ਉੱਥੇ ਉਹਦੇ ਵਿੱਚ WSIB ਦਾ ਕੋਈ ਰੋਲ ਨਹੀਂ ਰਹਿ ਜਾਂਦਾ ਹੈਗਾ ਕਰਕੇ ਬਿਕਾਜ਼ ਦੇਖਿਆ ਜਾਵੇ ਤਾਂ ਦੇ ਆਰ self employed so they have to buy their own insurance ਜਦੋਂ ਹੁਣ ਇੰਸ਼ੋਰੈਂਸ ਲੈਂਦੇ ਆ we are comparing two jobs for example ਇੱਕ ਆਫਿਸ ਜੌਬ ਦੀ ਲੈ ਲਓ ਜਿੱਥੇ ਆਪਾਂ ਜੌਬ ਕਰਨ ਜਾ ਰਹੇ ਆ ਤੇ ਸਿਰਫ ਆਪਾਂ ਚੇਅਰ ਤੇ ਬੈਠ ਕੇ ਆਪਣਾ ਕੰਪਿਊਟਰ ਯੂਜ਼ ਕਰ ਰਹੇ ਆ ਤੇ ਦੂਸਰੀ ਜੌਬ ਜਿਹੜੀ ਆਪਣੇ ਟਰੱਕਰ ਵੀਰ ਦੀ ਆਪਾਂ ਕਹਿ ਰਹੇ ਆ ਵੀ ਉਹਦੇ ਵਿੱਚ ਜਿੱਦਾਂ ਹੁਣ ਆਪਣੇ ਟਰੱਕ ਵੀਰ ਆ ਆਪਣੇ ਉਹ ਡਰਾਈਵਿੰਗ ਕਰ ਰਹੇ ਆ ਸੋ 24/7 ਜਿਹੜੇ ਆ ਭਾਜੀ ਉਹ ਡਰਾਈਵਿੰਗ ਦੇ ਆਰ ਔਨ ਦ ਰੋਡ ਰਾਈਟ ਸੋ ਉਹਨਾਂ ਦਾ ਜਿਹੜਾ ਰਿਸਕ ਆ ਇਜ਼ very very high compared to the person who's sitting in the office right ਸਿਰਫ ਉਹਨਾਂ ਦਾ ਜਦੋਂ ਉਹ ਕੰਮ ਤੇ ਜਾ ਰਹੇ ਆ ਆਫਿਸ ਵਾਲਾ ਪਰਸਨ ਜਿਹੜਾ ਵਾਈਟ ਕਾਲਰ ਜੌਬ ਕਰ ਰਿਹਾ ਆ ਉਹਨਾਂ ਦਾ ਜਿਹੜਾ ਆ ਵੀ ਸਿਰਫ ਡਰਾਈਵ ਕਰ ਰਹੇ ਆ ਘਰ ਤੋਂ ਕੰਮ ਤੇ ਜਾ ਰਹੇ ਆ that's where the main risk is other than like when they reach the office ਉੱਥੇ ਇੰਨਾ ਰਿਸਕ ਨਹੀਂ ਰਹਿ ਜਾਂਦਾ ਹੈਗਾ ਪਰ ਟਰੱਕ ਵੀਰਾਂ ਦਾ ਉਹਨਾਂ ਦਾ 24/7 is a very risky job so ਇਸ ਕਰਕੇ ਜਦੋਂ ਆਪਾਂ ਹੁਣ ਪ੍ਰੀਮੀਅਮ ਇਹਦਾ ਕੈਲਕੂਲੇਟ ਕਰਦੇ ਆ ਸੋ ਆਪਾਂ ਇੱਕ ਤਾਂ ਉਹਨਾਂ ਦੀ ਜੌਬ ਦੇਖਦੇ ਆ ਜੀ ਦੂਸਰਾ ਆਪਾਂ ਦੇਖਦੇ ਆ ਵੀ ਉਹਨਾਂ ਦੀ ਜਿਹੜੀ ਆ ਇਨਕਮ ਆ ਉਹ ਕਿੰਨੀ ਅਰਨ ਕਰਨਾ ਹੈ ਰਾਈਟ ਸੋ ਇਹਦੇ ਵਿੱਚ ਤੀਸਰਾ ਆਪਾਂ ਦੇਖ ਰਹੇ ਹਾਂ ਕਿ ਆਰ ਦੇ ਮੇਲ ਔਰ ਫੀਮੇਲ ਰਾਈਟ ਤੇ ਇਹਦੇ ਵਿੱਚ ਆਪਾਂ ਇਹ ਵੀ ਦੇਖਦੇ ਆ ਵੀ ਤੁਸੀਂ ਜਿਹੜਾ ਐਲੀਮੀਨੇਸ਼ਨ ਪੀਰੀਅਡ ਜਾਂ ਕਹਿ ਲਓ ਜਾਂ ਵੇਟਿੰਗ ਪੀਰੀਅਡ ਜਿਹੜਾ ਆ ਤੁਸੀਂ 0 ਕਰਾਉਣਾ ਚਾਹੁੰਦੇ ਆ ਕਿ 30 ਡੇਜ਼ ਜਾਂ 60 ਡੇਜ਼ ਉਹਦੇ ਵਿੱਚ ਮੈਂ ਇੱਥੇ ਇਹ ਵੀ ਮੈਂਸ਼ਨ ਕਰਨਾ ਚਾਹੁੰਦੀ ਹਾਂ ਜਦੋਂ ਆਪਾਂ ਐਲੀਮੀਨੇਸ਼ਨ ਪੀਰੀਅਡ ਦੀ ਗੱਲ ਕਰਦੇ ਹਾਂ ਬੇਸਿਕਲੀ ਉਹਦੇ ਵਿੱਚ ਇੱਦਾਂ ਕਹਿੰਦੇ ਆ ਵੀ ਆਪਾਂ ਤੁਸੀਂ ਅਗਰ ਇੰਜਰੀ ਕੋਈ ਆ ਜਾਂਦੀ ਹੈ ਤੁਹਾਨੂੰ ਜਿਹਦੇ ਕਰਕੇ ਤੁਸੀਂ ਕੰਮ ਤੇ ਨਹੀਂ ਜਾ ਸਕਦੇ ਹੈਗੇ ਤੁਸੀਂ ਸਰਵਾਈਵ ਕਰ ਸਕਦੇ ਆ ਵੀ ਜਿੱਦਾਂ ਤੁਹਾਡੇ ਘਰ ਦਾ ਮੌਰਗੇਜ ਆ ਬਿਲਸ ਵਗੈਰਾ ਆ ਬੱਚਿਆਂ ਦਾ ਖਰਚਾ ਆ ਗਰੋਸਰੀ ਦਾ ਆ ਉਹਨੂੰ ਤੁਸੀਂ ਮੇਨਟੇਨ ਕਰ ਸਕਦੇ ਆ 30 ਡੇਜ਼ ਵਾਸਤੇ ਜਾਂ 60 ਡੇਜ਼ ਵਾਸਤੇ ਜਿੱਦਾਂ ਜਿੱਦਾਂ ਆਪਾਂ ਵੇਟਿੰਗ ਪੀਰੀਅਡ ਦਾ ਡੇਜ਼ ਵਧਾਈ ਜਾਂਦੇ ਆ ਉਦਾਂ ਉਦਾਂ ਆਪਣਾ ਜਿਹੜਾ ਪ੍ਰੀਮੀਅਮ ਆ ਉਹ ਥੱਲੇ ਆਉਣਾ ਸ਼ੁਰੂ ਹੋ ਜਾਂਦਾ ਹੈ ਜੀ ਜੀ ਸੋ ਇਹਦੇ ਵਿੱਚ ਇੱਕ ਹੋਰ ਕੁਐਸਚਨ ਆਉਂਦਾ ਹੈਗਾ ਕਿ ਕਿੰਨੀ ਆਪਾਂ ਨੂੰ ਇੰਸ਼ੋਰੈਂਸ ਜਿਹੜੀ ਹੈਗੀ ਆ ਉਹ ਲੈਣੀ ਚਾਹੀਦੀ ਆ ਜਦੋਂ ਆਪਾਂ ਵਰਕ ਇਨਕਮ ਦੀ ਆਪਾਂ ਰਿਪਲੇਸਮੈਂਟ ਦੀ ਗੱਲ ਕਰਦੇ ਆ ਤਾਂ ਕਿਸ ਤਰੀਕੇ ਨਾਲ ਆਪਾਂ ਕੈਲਕੂਲੇਟ ਕਰੀਏ ਕਿ ਪ੍ਰੀਮੀਅਮ ਆਪਾਂ ਕਿਸ ਤਰ੍ਹਾਂ ਸੈੱਟ ਕਰ ਸਕਦੇ ਆ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਹਾਂਜੀ ਸੋ ਅੱਗੇ ਜਿੱਦਾਂ ਆਪਾਂ ਪਹਿਲਾਂ ਮੈਂਸ਼ਨ ਕੀਤਾ ਹੈ ਸ਼ੁਰੂ ਜਦੋਂ ਆਪਾਂ ਸ਼ੋਅ ਕਰਨ ਲੱਗੇ ਆ ਜੀ ਉਹਦੇ ਵਿੱਚ ਆਪਾਂ ਹੁਣ ਮੈਂਸ਼ਨ ਕੀਤਾ ਹੈ ਵੀ ਰੋਟੀ ਕੱਪੜਾ ਔਰ ਮਕਾਨ ਰਾਈਟ ਸੋ ਆਪਣੀ ਜਿਹੜੀ ਫਾਊਂਡੇਸ਼ਨ ਆ ਉਹ ਆਪਣੀ ਇਨਕਮ ਦੇ ਬੇਸ ਤੇ ਆ ਸੋ ਹੁਣ ਅਗਰ ਆਪਾਂ ਇੰਸ਼ੋਰੈਂਸ ਪਹਿਲਾਂ ਤਾਂ ਮੈਂ ਇਹਦੇ ਵਿੱਚ ਜਾਊਂਗੀ ਵੀ ਅਗਰ ਆਪਾਂ ਇੰਸ਼ੋਰੈਂਸ ਨਹੀਂ ਲੈਂਦੇ ਹੈਗੇ ਤੇ ਉਹਦੇ ਵਿੱਚ ਕੀ ਜਿਹੜੇ ਆ ਆਪਾਂ ਨੂੰ ਬੇ ਕਹਿ ਲਓ ਵੀ ਸਾਹਮਣਾ ਕਰਨਾ ਪੈਂਦਾ ਆ ਜਿਹੜੀਆਂ ਡਿਫਿਕਲਟੀਜ਼ ਆ ਉਹਦੇ ਵਿੱਚ ਇੱਕ ਤਾਂ ਆ ਜਾਂਦਾ ਹੈ ਵੀ ਜਿਹੜੀ ਆਪਾਂ ਥੋੜੀ ਵਾਲੀ ਸੇਵਿੰਗ ਕੀਤੀ ਹੁੰਦੀ ਆ ਜੀ ਫਰਸਟ ਆਪਾਂ ਉਹ ਸੇਵਿੰਗ ਵੱਲਾਂ ਆਪਾਂ ਕਹਿਣਾ ਵੀ ਹੁਣ ਅਸੀਂ ਕੰਮ ਤੇ ਨਹੀਂ ਜਾ ਰਹੇ ਹੈਗੇ ਜਿਹੜਾ ਮੈਂ 3 ਜਾਂ 4,000 ਡਿਪੈਂਡਿੰਗ ਔਨ ਤੁਸੀਂ ਕਿਹੜੀ ਜੌਬ ਕਰ ਰਹੇ ਆ ਮੈਂ ਉਹ ਪੈਸਾ ਨਹੀਂ ਲਿਆ ਰਿਹਾ ਹੈਗਾ ਘਰ ਵਿੱਚ ਤੇ ਮੈਨੂੰ ਹੁਣ ਜਿਹੜਾ ਆਪਣੇ ਖਰਚੇ ਜਿਹੜੇ ਆ ਉਹ ਤਾਂ ਚੱਲਦੇ ਰਹਿਣੇ ਆ ਸੋ ਹੁਣ ਖਰਚੇ ਜਿਹੜੇ ਆ ਮੈਂ ਕਰਨੇ ਆ ਤੇ ਮੈਂ ਪੈਸਾ ਮੇਰਾ ਕਿੱਥੋਂ ਆਊਗਾ ਸੋ ਇੱਕ ਤਾਂ ਆਪਣੀ ਮੌਰਗੇਜ ਹੋ ਗਈ ਜਾਂ ਆਪਾਂ ਕਹਿ ਲਓ ਵੀ ਆਪਣਾ ਰੈਂਟ ਲਿਆ ਗਰੋਸਰੀ ਹੋ ਗਿਆ ਬਿਲਸ ਹੋ ਗਏ ਹੁਣ ਆਪਾਂ ਇੰਜਰਡ ਹੋ ਕੇ ਘਰੇ ਰਹਿ ਗਏ ਆਪਾਂ ਨੂੰ ਡਿਸੇਬਿਲਟੀ ਤੇ ਚਲੇ ਗਏ ਆ ਤੇ ਆਪਣੀ ਮੈਡੀਕਲ ਖਰਚੇ ਵੀ ਆ ਗਏ ਇਹਦੇ ਵਿੱਚ ਰਾਈਟ ਸੋ ਹੁਣ ਇਹਦੇ ਵਿੱਚ ਇੱਕ ਤਾਂ ਆਪਾਂ ਫਰਸਟ ਪਹਿਲਾਂ ਆਪਾਂ ਸੇਵਿੰਗ ਵੱਲ ਧਿਆਨ ਦੇਣਾ ਆ ਦੂਸਰਾ ਫਿਰ ਆਪਾਂ ਕਹਿੰਦੇ ਆ ਵੀ ਓਕੇ ਸੇਵਿੰਗ ਔਨ ਦ ਨੈਕਸਟ ਵਨ ਇਜ਼ ਓਕੇ ਮੇਬੀ ਆਈ ਹੈਵ ਟੂ ਸੈਲ ਮਾਈ ਹਾਊਸ ਡਿਪੈਂਡਿੰਗ ਔਨ ਆਪਣੀ ਜਿਹੜੀ ਇੰਜਰੀ ਆ ਕਿੰਨੀ ਕੁ ਸੀਰੀਅਸ ਆਈ ਆ ਰਾਈਟ ਕਰਕੇ ਜਿਹੜੇ ਖਰਚੇ ਆ ਜਿੱਦਾਂ ਆਪਣੀ ਫੈਮਿਲੀ ਦੀ ਲਾਈਫ ਹੈ ਜਾਂ ਆਪਣਾ ਲਾਈਫ ਸਟਾਈਲ ਆ ਉਹਨੇ ਤਾਂ ਚੱਲਣਾ ਆ ਕਰਕੇ ਆਪਾਂ ਨੂੰ ਕਾਰ ਵੀ ਰੱਖਣੀ ਪੈਣੀ ਆ ਕਾਰ ਦੀ ਇੰਸ਼ੋਰੈਂਸ ਵੀ ਦੇਣੀ ਪੈਣੀ ਆ ਰਾਈਟ ਅਗਰ ਆਪਾਂ ਘਰ ਰੱਖਦੇ ਆ ਤਾਂ ਆਪਾਂ ਨੂੰ ਘਰ ਦੀ ਇੰਸ਼ੋਰੈਂਸ ਵੀ ਦੇਣੀ ਪੈਣੀ ਆ ਮੌਰਗੇਜ ਵੀ ਦੇਣੀ ਪੈਣੀ ਆ ਸੋ ਹੁਣ ਜਦੋਂ ਇਹਨਾਂ ਚੀਜ਼ਾਂ ਵੱਲ ਆਪਾਂ ਦੇਖਦੇ ਆ ਤਾਂ ਆਪਾਂ ਕਹਿੰਦੇ ਆ ਵੀ ਮੈਂ ਇੰਸ਼ੋਰੈਂਸ ਜਿਹੜੀ ਆ ਕਿੰਨੇ ਕੁ ਦੀ ਕਰਾਵਾਂ ਰਾਈਟ ਸੋ ਜਿਹੜਾ ਮੇਰੇ ਬਜਟ ਦੇ ਵਿੱਚ ਵੀ ਮੈਨੂੰ ਥੋੜੀ ਹਾਰਡ ਵੀ ਨਾ ਲੱਗੇ ਪਰ ਮੈਨੂੰ ਜਿਹੜਾ ਰਿਸਕ ਆ ਉਹ ਵੀ ਕਵਰ ਹੋ ਜਾਵੇ ਹੁਣ ਪਹਿਲਾਂ ਤਾਂ ਜੀ ਵੀ ਆਪਾਂ ਜਿਹੜੀ ਆ ਕਹਿ ਲਓ ਵੀ ਆਪਣੀ ਇਨਕਮ ਕਿੰਨੀ ਆ ਆਪਾਂ ਕਹਿੰਦੇ ਆ ਵੀ ਓਕੇ ਜੇ ਮੈਂ 3500 ਕਮਾ ਕੇ ਲਿਆ ਕੇ
ਆ ਰਿਹਾ ਆ ਤਾਂ ਮੈਂ ਉਹਦਾ ਬੇਸਿਕਲੀ 70% ਜਿਹੜਾ ਆ ਉਹਦੀ ਇੰਸ਼ੋਰੈਂਸ ਕਰਾ ਕੇ ਰੱਖਣੀ ਚਾਹੁੰਦਾ ਆ ਰਾਈਟ। ਸੋ ਆਪਾਂ ਕਹਿੰਦੇ ਵੀ ਓਕੇ ਤੁਸੀਂ 2000 ਦੀ ਵੀ ਕਰਾ ਸਕਦੇ ਆ। ਬਲੀਵ অর ਨਾਟ ਭਾਜੀ ਆਪਾਂ 2000 ਦੀ ਇੰਸ਼ੋਰੈਂਸ ਜਦੋਂ ਕਰਾਉਨੇ ਆ ਸੋ ਮੰਥਲੀ ਬੈਨੀਫਿਟ ਲੈਣ ਵਾਸਤੇ ਆਪਣੀ ਜਿਹੜੀ ਆ ਪ੍ਰੀਮੀਅਮ ਆ ਇਟਸ ਓਨਲੀ $35। ਸੋ ਇਹਦੇ ਬਾਰੇ ਵੀ ਆਪਣਾ ਕੋਈ ਕਲਾਇੰਟ ਆਪਾਂ ਨੂੰ ਫੋਨ ਕਰਨਾ ਚਾਹੁੰਦਾ ਆ ਜਾਂ ਆਪਣੇ ਵਿਊਅਰਸ ਇਹਦੇ ਬਾਰੇ ਇਨਫੋਰਮੇਸ਼ਨ ਲੈਣੀ ਚਾਹੁੰਦੇ ਆ ਉਹ ਐਨੀ ਟਾਈਮ ਮੈਨੂੰ ਫੋਨ ਕਰ ਸਕਦੇ ਆ 4168714848। ਆਪਣੇ ਸਕਰੀਨ ਤੇ ਵੀ ਨੰਬਰ ਆ ਰਹੇ ਆ ਰਾਈਟ। ਕੋਈ ਵੀ ਉਹਨਾਂ ਦਾ ਕੁਐਸਚਨ ਆ ਰਿਲੇਟਡ ਟੂ ਦੈਟ ਆਪਾਂ ਨੂੰ ਪੁੱਛ ਸਕਦੇ ਆ। ਹੁਣ ਦੂਸਰਾ ਹੈ ਵੀ ਆਪਾਂ ਕਹਿੰਦੇ ਆ ਵੀ 2000 ਤੋਂ ਲੈ ਕੇ ਆਪਾਂ 6000 ਤੱਕ ਭਾਜੀ ਜਿਹੜੀ ਆ ਆਪਾਂ ਬੈਨੀਫਿਟ ਲੈਣ ਵਾਸਤੇ ਆਪਣੀ ਇੰਸ਼ੋਰੈਂਸ ਕਰਾ ਸਕਦੇ ਆ। ਸੋ ਜਿਹੜਾ ਪ੍ਰੀਮੀਅਮ ਆ ਅਗੇਨ ਜਿੱਦਾਂ ਆਪਾਂ ਮੈਂਸ਼ਨ ਕੀਤਾ ਹੈ ਵੀ ਆਪਣੀ ਕਵਰੇਜ ਆਪਾਂ ਕਿੰਨੀ ਲੈਂਦੇ ਆ, ਮੇਲ ਆ ਫੀਮੇਲ ਆ ਜੈਂਡਰ ਆਪਣਾ ਦੇਖਿਆ ਜਾਂਦਾ ਆ ਤੇ ਦੂਸਰਾ ਆਪਾਂ ਐਲੀਮੀਨੇਸ਼ਨ ਪੀਰੀਅਡ ਜਿਹੜਾ ਆ ਵੀ ਆਪਾਂ ਕਿੰਨਾ ਚਿਰ ਸਰਵਾਈਵ ਕਰ ਸਕਦੇ ਆ ਉਹਦੀ ਬੇਸ ਤੇ ਆ ਤੇ ਚੌਥਾ ਜਿਹੜਾ ਆ ਆਪਣੀ ਸਭ ਤੋਂ ਇੰਪੋਰਟੈਂਟ ਜਿਹੜੀ ਆ ਆਪਣੀ ਆਕੂਪੇਸ਼ਨ ਕੀ ਆ, ਆਪਣੀ ਜਿਹੜੀ ਜੌਬ ਆਪਾਂ ਕਰ ਰਹੇ ਆ ਕਿੰਨੀ ਕੁ ਰਿਸਕੀ ਜੌਬ ਆ ਰਾਈਟ। ਮੀਨਿੰਗ ਦੈਟ ਵੀ ਜਿਹੜੀ ਇੰਸ਼ੋਰੈਂਸ ਕੰਪਨੀ ਆ ਉਹ ਦੇਖਣਾ ਚਾਹੁੰਦੇ ਆ ਵੀ ਇਹ ਪਰਸਨ ਜਿਹੜੀ ਜੌਬ ਕਰ ਰਿਹਾ ਆ ਕਲੇਮ ਸਾਨੂੰ ਛੇਤੀ ਆ ਜਾਏਗਾ ਵੀ ਇਹ ਬਹੁਤ ਰਿਸਕ ਵਾਲੀ ਜੌਬ ਆ। ਐਕਸੀਡੈਂਟ ਕੈਨ ਹੈਪਨ ਐਨੀ ਟਾਈਮ ਜਿੱਦਾਂ ਆਪਾਂ ਸਟੈਟ ਸ਼ੇਅਰ ਕੀਤੇ ਆ 1 in 3 ਵਜੀ ਜਦੋਂ ਆਪਾਂ ਡਿਸੇਬਿਲਟੀ ਦੇ ਸਟੈਟ ਦੇਖਦੇ ਆ ਓਨਲੀ 30 year old ਰਾਈਟ। ਸੋ ਆਪਾਂ ਜੇ 30 ਤੋਂ ਲੈ ਕੇ 65 ਤੱਕ ਦੇਖਦੇ ਆ 1 in 3 the person ਘਰ ਬੈਠ ਸਕਦਾ ਆ ਅਪ ਟੂ 90 days ਰਾਈਟ। ਉਹ ਇੰਜਰੀ ਥੋੜੀ ਕਹਿ ਲਓ ਵੀ ਫ੍ਰੈਕਚਰ ਹੋ ਸਕਦਾ ਹੈ ਜਾਂ ਕੋਈ ਆਪਾਂ ਮਚਕੋੜ ਆ ਗਈ ਆ ਜਾਂ ਸਾਫਟ ਟਿਸ਼ੂ ਦੀ ਆਪਾਂ ਨੂੰ ਕੋਈ ਪ੍ਰੋਬਲਮ ਆ ਰਾਈਟ ਥੋੜੀ ਛੋਟੀ ਵੀ ਹੋ ਸਕਦੀ ਆ ਐਂਡ ਦੈਨ ਇਟ ਕੁਡ ਬੀ ਬਿਗ ਟੂ ਵੇਅਰ ਯੂ نو ਐਕਸੀਡੈਂਟ ਹੋ ਕੇ ਤੁਸੀਂ ਲਾਈਕ ਕੰਮ ਕਰਨ ਦੇ ਯੋਗ ਹੀ ਨਹੀਂ ਰਹੇ ਹੈਗੇ। ਸੋ ਉਹਦੇ ਵਿੱਚ ਆਪਾਂ ਜਿਹੜਾ ਆ ਟਾਈਮ ਬੈਨੀਫਿਟ ਲੈਣ ਦਾ ਪੀਰੀਅਡ ਜਿਹੜਾ ਆ ਭਾਜੀ ਇੱਕ ਤਾਂ ਆਪਾਂ ਵੇਟਿੰਗ ਪੀਰੀਅਡ ਪਾਤਾ, ਦੂਜਾ ਆਪਾਂ ਵੀ ਬੈਨੀਫਿਟ ਕਿੰਨਾ ਲੈਣਾ ਚਾਹੁੰਦੇ ਆ, ਤੀਸਰਾ ਆਪਾਂ ਇਹ ਵੀ ਵਿੱਚ ਪਾ ਦਿੱਤਾ ਆ ਵੀ ਇਹਦੇ ਵਿੱਚ ਰਾਈਡਰ ਵੀ ਅਗਰ ਸਾਨੂੰ ਕੋਈ ਇਦਾਂ ਦੀ ਪ੍ਰੋਬਲਮ ਆ ਜਾਂਦੀ ਆ ਅਸੀਂ ਉਹ ਜਿਹੜਾ ਬੈਨੀਫਿਟ ਆ ਕਿੰਨੀ ਦੇਰ ਵਾਸਤੇ ਲੈਣਾ ਚਾਹੁੰਦੇ ਆ 5 ਸਾਲ 2 ਸਾਲ ਜਾਂ ਆਪਾਂ ਕਹਿੰਦੇ ਵੀ ਮੈਂ 70 ਸਾਲ ਤੱਕ ਉਹ ਬੈਨੀਫਿਟ ਲੈਣਾ ਚਾਹੁੰਦਾ ਆ ਰਾਈਟ। ਸੋ ਪ੍ਰੀਮੀਅਮ ਉਸੇ ਤਰ੍ਹਾਂ ਤੁਹਾਡਾ ਵੇਰੀ ਕਰਦਾ ਜਿਸ ਤਰ੍ਹਾਂ ਤੁਸੀਂ ਜਿਹੜੀਆਂ ਹੈਗੀਆਂ ਆਪਦੀਆਂ ਲੋੜਾਂ ਵਧਾ ਲੈਂਦੇ ਹੋ ਜਾਂ ਇੰਸ਼ੋਰੈਂਸ ਆਪਾਂ ਜਦੋਂ ਜ਼ਿਆਦਾ ਕਵਰੇਜ ਜ਼ਿਆਦਾ ਲੈਣੀ ਤਾਂ ਪ੍ਰੀਮੀਅਮ ਤੇ ਵੀ ਫਰਕ ਪੈਂਦਾ ਜਿਸ ਤਰ੍ਹਾਂ ਦਾ ਆਪਾਂ ਪਲਾਨ ਲੈਣੇ ਆ ਭਾਜੀ ਰਾਈਟ। ਬਿਲਕੁਲ। ਸੋ ਬਲਜੀਤ ਜੀ ਇੱਕ ਕੁਐਸਚਨ ਹੋਰ ਆਉਂਦਾ ਕਿ ਇਹਦੇ ਚ ਕੀ ਇਹ ਮੰਥਲੀ ਰਿਪਲੇਸਮੈਂਟ ਹੈ ਜਾਂ ਲਮਸਮ ਅਮਾਉਂਟ ਮਿਲਦੀ ਹੈ ਜਾਂ ਤੁਸੀਂ ਕਿਸ ਤਰ੍ਹਾਂ ਚੂਜ਼ ਕਰ ਸਕਦੇ ਹੋ ਬੈਨੀਫਿਟ? ਹਾਂਜੀ ਸੋ ਅਗੇਨ ਇਟਸ ਅ ਗ੍ਰੇਟ ਕੁਐਸਚਨ। ਸੋ ਕਈ ਵਾਰੀ ਜਦੋਂ ਆਪਾਂ WSIB ਦਾ ਦੇਖਦੇ ਹਾਂ ਭਾਜੀ ਵੀ ਆਪਾਂ ਉਹਨਾਂ ਦਾ ਰਿਜੈਕਸ਼ਨ ਰੇਟ ਇਜ਼ ਵੈਰੀ ਹਾਈ ਆਪਾਂ ਆਲਰੇਡੀ ਮੈਂਸ਼ਨ ਕੀਤਾ ਆ ਇਸ ਕਰਕੇ ਆਪਾਂ ਕਹਿੰਦੇ ਵੀ ਤੁਸੀਂ ਆ ਇੰਸ਼ੋਰੈਂਸ ਲੈ ਕੇ ਰੱਖੋ। ਹੁਣ ਉਹਦੇ ਵਿੱਚ ਕਈ ਵਾਰੀ ਉਹ ਆਪਾਂ ਨੂੰ ਲੰਪ ਸਮ ਪੈਸਾ ਦੇ ਦਿੰਦੇ ਆ ਰਾਈਟ ਕਹਿੰਦੇ ਵੀ ਓਕੇ ਜਦੋਂ ਉਹਨਾਂ ਨੇ ਦੇਖ ਲਿਆ ਆ ਵੀ ਜਿਹੜਾ ਕੋਈ ਆਪਣੀ ਇਦਾਂ ਦੀ ਇੰਜਰੀ ਹੋ ਗਈ ਆ ਵੀ ਆਪਣਾ ਜਿਹੜਾ ਅੰਗ ਆ ਉਹ ਕੰਮ ਕਰਨ ਦੇ ਕਹਿ ਲਓ ਵੀ ਲਾਇਕ ਰਿਹਾ ਹੀ ਨਹੀਂ ਹੈਗਾ। ਸੋ ਉਹਦੇ ਵਿੱਚ ਆਪਾਂ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਲੰਪ ਸਮ ਪੈਸਾ ਲੈਣਾ ਚਾਹੁੰਦੇ ਆ ਕਿ ਤੁਸੀਂ ਮੰਥਲੀ ਬੈਨੀਫਿਟ ਲੈਣਾ ਚਾਹੁੰਦੇ ਆ। ਸੋ ਮੈਂ ਹਮੇਸ਼ਾ ਰეკਮੈਂਡ ਕਰੂੰਗੀ ਮੰਥਲੀ ਬੈਨੀਫਿਟ ਇਜ਼ ਬੈਟਰ ਦੈਨ ਗੈਟਿੰਗ ਅ ਲੰਪ ਸਮ ਬਟ ਦੈਨ ਅਗੇਨ ਡਿਪੈਂਡਸ ਔਨ ਪਰਸਨਸ ਨੀਡ ਮੇਬੀ ਉਹਨਾਂ ਨੂੰ ਅੱਜ ਪੈਸਾ ਭਾਜੀ ਚਾਹੀਦਾ ਫॉर whatever reason ਰਾਈਟ। ਸੋ ਰਿਕੁਐਸਟ ਕਰ ਰਹੇ ਵੀ ਸਾਨੂੰ ਲੰਪ ਸਮ ਪੈਸਾ ਦਿੱਤਾ ਜਾਵੇ। ਜਿਹੜਾ ਲੰਪ ਸਮ ਪੈਸਾ ਇੰਸ਼ੋਰੈਂਸ ਕੰਪਨੀ ਨੇ ਡਿਟਰਮਨ ਕਰਨਾ ਆ ਡਿਊ ਟੂ ਤੁਹਾਡੀ ਜਿਹੜੀ ਇੰਜਰੀ ਆ ਕਿੰਨੀ ਹੋਈ ਆ। ਸੋ ਦੈਨ ਦੇ ਅਪਲਾਈ ਲਾਈਕ ਜਿੱਦਾਂ ਆਪਣਾ ਟੋਟਲ ਬਾਡੀ ਲੈ ਲੈਂਦੇ ਆ ਆਪਣਾ 100% ਆ ਭਾਜੀ ਉਹਦੇ ਵਿੱਚ 100% ਦੇ ਵਿੱਚ ਆਪਾਂ ਕਹਿੰਦੇ ਆ ਵੀ ਜਿਹੜਾ ਈਚ ਆਪਣਾ ਅੰਗ ਆ ਕਹਿ ਲਓ ਆਪਣੀ ਬੈਕ ਆ ਜਾਂ ਆਪਾਂ ਨੈਕ ਆ ਆਪਣਾ ਹੈਡ ਆ ਰਾਈਟ ਉਹਨਾਂ ਨੇ ਨਾ ਪਰਸੈਂਟੇਜ ਡਿਵਾਈਡ ਕੀਤਾ ਹੁੰਦਾ ਆ। ਜੇ ਆਪਾਂ ਕਹਿੰਦੇ ਆ ਵੀ ਆਪਾਂ ਨੂੰ ਮੈਂਟਲ ਜਿਹੜਾ ਆ ਹੈਲਥ ਇਸ਼ੂ ਆ ਦੈਨ ਅਗੇਨ ਦੇ ਹੈਵ ਦ ਪਰਸੈਂਟੇਜ ਸੋ ਦੇ ਸੇ ਓਕੇ you know what ਹੁਣ ਜਿਹੜੀ ਇਹ ਇਸ਼ੂ ਆਇਆ ਮੇਬੀ ਇਜ਼ ਓਨਲੀ 5%। ਸੋ ਆਪਾਂ 30 ਸਾਲ ਦੀ ਉਮਰ ਵਿੱਚ ਆਪਾਂ ਨੂੰ ਇਹ ਇਸ਼ੂ ਆ ਗਿਆ ਆ ਸੋ ਦੈਟ 5% ਫॉर द ਨੈਕਸਟ 35 years ਉਹਨਾਂ ਨੇ ਕੈਲਕੂਲੇਸ਼ਨ ਕਰਨੀ ਆ ਰਾਈਟ। ਉਹ ਜਿਹੜਾ ਆਪਾਂ ਇੰਨੀ ਡੀਟੇਲ ਦੇ ਵਿੱਚ ਨਹੀਂ ਜਾਂਦੇ ਹੈਗੇ ਬੇਸਿਕਲੀ ਦੈਟਸ ਅਪ ਟੂ ਦ ਲਾਇਰ ਯੂ ਹਾਇਰ ਔਰ ਦੀ ਇੰਸ਼ੋਰੈਂਸ ਕੰਪਨੀ ਕਹਿ ਲਓ ਜਾਂ WSIB ਕਹਿ ਲਓ ਜਿਸ ਵੀ ਤੁਸੀਂ ਇੰਸਟੀਟਿਊਸ਼ਨ ਦੇ ਨਾਲ ਡੀਲ ਕਰ ਰਹੇ ਆ ਉਹਨਾਂ ਨੇ ਆਪਣੇ ਜਿਹੜੇ ਰੂਲਸ ਐਂਡ ਪ੍ਰੋਸੀਜਰ ਆ ਉਹਨਾਂ ਦੀ ਬੇਸ ਤੇ ਹੀ ਉਹਨਾਂ ਨੇ ਪਰਸੈਂਟੇਜ ਜਿਹੜਾ ਆ ਡਿਟਰਮਨ ਕਰਨਾ ਆ ਵੀ ਅਸੀਂ ਕਿੰਨਾ ਲੰਪ ਸਮ ਪੈਸਾ ਦੇਣਾ ਆ ਜਾਂ ਜਿਹੜਾ ਮੰਥਲੀ ਬੈਨੀਫਿਟ ਆ ਸ਼ੁਰੂ ਕਰਾ ਰਹੇ ਆ ਉਹ ਕਿੰਨਾ ਕੁ ਦੇਣਾ ਆ ਡਿਪੈਂਡਿੰਗ ਔਨ ਤੁਹਾਡੀ ਜਿਹੜੀ ਇੰਜਰੀ ਹੋਈ ਆ
ਕਿੱਦਾਂ ਦੀ। ਪਰ ਅਗਰ ਤੁਸੀਂ ਕੰਮ ਤੇ ਹੀ ਨਹੀਂ ਬਿਲਕੁਲ ਜਾ ਸਕਦੇ ਹੈਗੇ ਦੈਨ ਆਪਾਂ ਜਿੰਨੇ ਦੀ ਇੰਸ਼ੋਰੈਂਸ ਲਈ ਆਪਾਂ 2000 ਦੀ ਬੈਨੀਫਿਟ ਦਾ ਲਿਆ ਸੀਗਾ ਮੰਥਲੀ ਬੈਨੀਫਿਟ, ਜਾਂ ਆਪਾਂ 2500 ਦਾ ਲਿਆ ਜਾਂ 3500 ਦਾ ਲਿਆ ਆ, ਅਗਰ ਤੁਸੀਂ 6 ਮਹੀਨੇ ਘਰ ਬੈਠ ਗਏ ਆ ਜੀ ਤੇ ਦੈਨ ਫॉर those 6 months they will give you the monthly benefit of 2500, 35, whatever the custom plan that we made just specially for the client. ਜੇਕਰ ਤੁਸੀਂ ਬਲਜੀਤ ਢੀਂਡਸਾ ਜੀ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ, ਜੇ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਹੈ ਤਾਂ ਵੀ ਤੁਸੀਂ ਆਪਦੀ ਪਾਲਿਸੀ ਰੀਨਿਊ ਕਰਨੀ ਚਾਹੁੰਦੇ ਹੋ, ਚੈੱਕ ਕਰਾਉਣਾ ਚਾਹੁੰਦੇ ਹੋ ਕਿ ਤੁਹਾਡੇ ਕੋਲ ਸਹੀ ਬੈਨੀਫਿਟ ਹੈ ਜਾਂ ਨਹੀਂ, ਜਾਂ ਕੁਝ ਐਡ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਬਲਜੀਤ ਢੀਂਡਸਾ ਜੀ ਨਾਲ ਗੱਲਬਾਤ ਕਰ ਸਕਦੇ ਹੋ। 416 871 4848 416871 4848 ਤੇ ਕਾਲ ਕੀਤੀ ਜਾ ਸਕਦੀ ਹੈ। WhatsApp ਕਾਲ, ਵੌਇਸ ਮੈਸੇਜ, WhatsApp ਮੈਸੇਜ, ਜਿਸ ਤਰ੍ਹਾਂ ਤੁਹਾਨੂੰ ਕਨਵੀਨੀਅੰਟ ਹੈ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਜੇਕਰ ਈਮੇਲ ਜ਼ਰੀਏ ਗੱਲਬਾਤ ਕਰਨੀ ਆ ਤਾਂ dhinsa2015@gmail.com 'ਤੇ ਇਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਗੱਲਬਾਤ ਕਰਨ ਦਾ, ਸਲਾਹ ਲੈਣ ਦਾ ਕੋਈ ਵੀ ਤੁਹਾਡੇ ਕੋਲ ਪੈਸਾ ਨਹੀਂ ਚਾਰਜ ਕੀਤਾ ਜਾਂਦਾ। ਈਵਨ ਜੇ ਤੁਸੀਂ ਇੰਸ਼ੋਰੈਂਸ ਵੀ ਕਰਾਉਣੇ ਆ ਫਿਰ ਵੀ ਤੁਹਾਨੂੰ ਕੋਈ ਵੀ ਚਾਰਜਸ ਨਹੀਂ ਕਰਦੇ ਹਨ ਜੀ। ਸੋ ਬਿਲਕੁਲ ਜੇਕਰ ਤੁਸੀਂ ਕਿਸੇ ਵੀ ਕਿਸਮ ਦੀ ਇੰਸ਼ੋਰੈਂਸ ਤੁਹਾਡੇ ਕੋਲ ਹੈਗੀ ਔਰ ਜਾਂ ਕਰਵਾਉਣੀ ਚਾਹੁੰਦੇ ਹੋ ਤਾਂ ਬਲਜੀਤ ਢੀਂਡਸਾ ਜੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਜਦੋਂ ਅਸੀਂ ਇੱਕ ਟੌਪਿਕ 'ਤੇ ਗੱਲਬਾਤ ਕਰੀਏ ਤਾਂ ਸਾਰੇ ਕੁਐਸਚਨ ਜਿਹੜੇ ਆ ਉਹ ਤੁਹਾਡੇ ਆਨਸਰ ਹੋ ਜਾਣ, ਪਰ ਫਿਰ ਵੀ ਜੇਕਰ ਤੁਹਾਡੇ ਆਪਦੇ ਕਈ ਵਾਰੀ ਆਪਾਂ ਕਹਿ ਸਕਦੇ ਹਾਂ ਕਿ ਹਰ ਇੱਕ ਇੰਡੀਵਿਜੂਅਲ ਫੈਮਿਲੀ ਦੀਆਂ ਜਿਹੜੀਆਂ ਲਿਮਿਟੇਸ਼ਨਸ ਆ, ਹਰ ਇੱਕ ਇੰਡੀਵਿਜੂਅਲ ਫੈਮਿਲੀ ਦੇ ਆਪਦੀਆਂ ਜਿਹੜੀਆਂ ਸਰਕਮਸਟਾਂਸਿਸ ਹੈਗੇ ਆ, ਇਨਕਮ ਸੋਰਸਿਸ ਹੈਗੇ ਆ, ਉਹਦੇ ਨਾਲ ਤੁਹਾਡਾ ਜਿਹੜਾ ਸਾਰਾ ਕੁਛ ਜੇਕਰ ਤੁਸੀਂ ਪਰਸਨਲ ਲੈਵਲ 'ਤੇ ਸਾਰਾ ਕੌਨਫੀਡੈਂਸ਼ੀਅਲ ਹੁੰਦਾ, ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਬਲਜੀਤ ਜੀ ਨਾਲ ਗੱਲਬਾਤ ਕਰ ਸਕਦੇ ਹੋ। ਔਰ ਬਲਜੀਤ ਜੀ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਡਿਸੇਬਿਲਿਟੀ ਇੰਸ਼ੋਰੈਂਸ ਦੀ, ਜਿਸ ਤਰ੍ਹਾਂ ਆਪਾਂ ਨੇ ਕਾਫੀ ਡਿਟੇਲ ਦੇ ਵਿੱਚ ਅੱਜ ਗੱਲਬਾਤ ਕੀਤੀ ਹੈ, ਕਦੋਂ ਆਪਾਂ ਨੂੰ ਸਟਾਪ ਕਰਨੀ ਚਾਹੀਦੀ ਹੈ, ਕਦੋਂ ਆਪਾਂ ਸਟਾਪ ਕਰ ਸਕਦੇ ਹਾਂ ਕਿ ਇਹਦੇ ਵਿੱਚ ਜਦੋਂ ਇਹ ਸਟਾਪ ਕਰਦੀ ਹੈ ਇੰਸ਼ੋਰੈਂਸ ਕਿੰਨਾ ਚਿਰ ਕੁਛ ਕੁ ਦੇਰ ਚੱਲਦੀ ਰਹਿੰਦੀ ਹੈ ਜਾਂ ਰਾਈਟ ਵੇ ਬੰਦ ਹੋ ਜਾਂਦੀ ਹੈ, ਕੋਈ ਕੈਸ਼ਬੈਕ ਇਹਦੇ 'ਚ ਪਲਾਨਸ ਹੈਗੇ ਆ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਸਮਾਂ ਸੀਮਤ ਆ ਥੋੜ੍ਹਾ ਜਿਹਾ ਆਪਣੇ ਕੋਲ। ਸੋ ਅਗੇਨ ਭਾਜੀ ਜਿੱਦਾਂ ਮਨੀ ਬੈਕ ਵਾਲੀ ਜਿਹੜੀ ਆ ਐਕਚੁਅਲੀ ਕੰਪਨੀ ਆਪਾਂ ਨੈਕਸਟ ਸ਼ੋਅ ਦੇ ਵਿੱਚ ਇਹਦੇ ਬਾਰੇ ਵੀ ਗੱਲ ਕਰਾਂਗੇ, ਜਿਹਦੇ ਵਿੱਚ ਆਪਾਂ ਪ੍ਰੀਮੀਅਮ ਆਪਣਾ ਵਾਪਸ ਲੈ ਸਕਦੇ ਹਾਂ ਨਾ। ਹੁਣ ਤੁਹਾਡਾ ਕੁਐਸਚਨ ਸੀਗਾ ਵੀ ਆਪਾਂ ਇੰਸ਼ੋਰੈਂਸ ਨੂੰ ਕਦੋਂ ਸਟਾਪ ਕਰ ਸਕਦੇ ਹਾਂ। ਸੋ ਦੈਟਸ ਅਗੇਨ ਲਾਈਕ ਯੂ ਨੋ ਵਨ, ਜਿੰਨਾ ਚੱਕਰ ਤੁਸੀਂ ਕੰਮ ਕਰ ਸਕਦੇ ਆ ਰਾਈਟ, ਉਹਨਾਂ ਚੱਕਰ ਤੁਹਾਡੇ ਕੋਲ ਇੰਸ਼ੋਰੈਂਸ ਹੋਣੀ ਲਾਜ਼ਮੀ ਆ, ਕਰਕੇ ਤੁਸੀਂ ਇਹ ਜਿਹੜੀ ਇੰਸ਼ੋਰੈਂਸ ਆ ਬੇਸਿਕਲੀ ਆਪਣੇ ਪੇ ਚੈੱਕ ਨੂੰ ਪ੍ਰੋਟੈਕਟ ਕਰਦੇ ਆ। ਸੋ ਆਪਾਂ ਜੇ ਕੈਨੇਡਾ ਦਾ ਸਿਸਟਮ ਨੂੰ ਲੈ ਕੇ ਚੱਲੀਏ ਭਾਜੀ, ਵੈਨ ਵੀ ਯੂਜ਼ਲੀ ਪਲੈਨਿੰਗ ਅਪ ਟੂ ਏਜ 65। ਸੋ ਜਦੋਂ ਤੁਸੀਂ ਏਜ 65 ਤੇ ਚਲੇ ਜਾਂਦੇ ਆ ਦੈਨ ਆਪਣੇ ਜਿਹੜੇ ਗਵਰਨਮੈਂਟ ਬੈਨੀਫਿਟ ਆ ਉਹ ਸਟਾਰਟ ਹੋ ਜਾਂਦੇ ਆ। ਸੋ ਤੁਸੀਂ ਜਿਹੜੀ ਇਹ ਇੰਸ਼ੋਰੈਂਸ ਆ ਆਪਣੀ ਬ੍ਰੋਕਰ ਦੇ ਨਾਲ ਤੁਸੀਂ ਫੋਨ ਕਰ ਸਕਦੇ ਆ, ਜਾਂ ਤੁਸੀਂ ਖੁਦ ਕੰਪਨੀ ਨੂੰ ਵੀ ਫੋਨ ਕਰਕੇ ਕਹਿ ਸਕਦੇ ਆ ਵੀ ਮੈਂ ਜਿਹੜੀ ਆਪਣੀ ਇੰਸ਼ੋਰੈਂਸ ਆ ਇਸ ਨੂੰ ਸਟਾਪ ਕਰਨੀ ਚਾਹੁੰਦਾ ਆ। ਸੋ ਬੇਸਿਕਲੀ ਅਗੇਨ ਲਾਈਕ ਅਗਰ ਤੁਹਾਡਾ ਪ੍ਰੀਮੀਅਮ ਫਸਟ ਨੂੰ ਨਿਕਲ ਰਿਹਾ ਆ ਤੇ ਦੈਨ for the next month you're covered, and then you phone the company saying okay starting from September 1st, October 1st, whatever the date is for the following month ਵੀ ਮੇਰੀ ਜਿਹੜੀ ਹੈ ਇੰਸ਼ੋਰੈਂਸ ਦਾ ਪ੍ਰੀਮੀਅਮ ਜਿਹੜਾ ਆ ਉਹ ਮੈਂ ਸਟਾਪ ਕਰਨਾ ਚਾਹੁੰਦਾ ਹਾਂ, ਮੈਂ ਆਪਣੀ ਜਿਹੜੀ ਪਾਲਿਸੀ ਆ ਉਸ ਨੂੰ ਕੈਂਸਲ ਕਰਨੀ ਚਾਹੁੰਦਾ ਹਾਂ। ਪਰ ਅਗੇਨ ਜਿੱਦਾਂ ਆਪਾਂ ਮੈਂਸ਼ਨ ਕੀਤਾ ਵੀ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਇਹ ਜਿਹੜਾ ਆ ਡਿਸੇਬਿਲਿਟੀ ਪਲਾਨ ਆ ਮਨੀ ਬੈਕ ਵਾਲੀ ਹੈ ਇੰਸ਼ੋਰੈਂਸ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਮੈਂ ਇੱਥੇ ਇਹ ਵੀ ਮੈਂਸ਼ਨ ਕਰਨਾ ਚਾਹੁੰਦੀ ਹਾਂ ਭਾਜੀ ਵੀ maybe next show or maybe coming months ਆਪਾਂ ਇੱਕ ਰੈਪਰੈਜ਼ੈਂਟੇਟਿਵ ਨੂੰ ਲੈ ਕੇ ਆਵਾਂਗੇ। ਪਰ ਮੈਂ ਥੋੜੀ ਜਾਣਕਾਰੀ ਅੱਜ ਦੇਣਾ ਚਾਹੁੰਦੀ ਹਾਂ, ਜਿਹੜੇ ਵੀ ਆਪਣੇ ਕਹਿ ਲਓ ਵੀ ਭੈਣ ਭਾਈ ਆਲਰੇਡੀ ਡਿਸੇਬਿਲਿਟੀ ਲੈ ਰਹੇ ਆ ਡਿਊ ਟੂ ਇਲਨੈਸ ਜਾਂ ਕਹਿ ਲਓ ਇੰਜਰੀ ਜਾਂ ਉਹ WSIB ਤੇ ਆ ਰਾਈਟ, ਉੱਥੋਂ ਉਹਨਾਂ ਨੂੰ ਬੈਨੀਫਿਟ ਆ ਰਿਹਾ ਆ, ਉਹ ਵੀ ਸਾਨੂੰ ਫੋਨ ਕਰ ਸਕਦੇ ਆ, ਕਰਕੇ ਆਪਾਂ ਉਹਨਾਂ ਦੀ ਹੈਲਪ ਜਿਹੜੀ ਆ ਕਰ ਸਕਦੇ ਹਾਂ। ਥੋੜਾ ਜਿਹਾ ਜਿੱਦਾਂ ਕਹਿ ਲਓ ਵੀ ਹੈਲਪਿੰਗ ਕੈਨੇਡੀਅਨਸ ਟੂ ਲਿਵ ਲਾਈਕ ਅ ਬੈਟਰ ਲਾਈਫ, ਕਿਉਂਕਿ ਬੈਟਰ ਲਾਈਫ ਆਪਣੀ ਕਿੱਦਾਂ ਆ ਇਟਸ ਯੂ ਨੋ ਵਾਟ ਵਿਦ ਦੀ ਇਨਕਮ ਰਾਈਟਸ ਵਿਦ ਦ ਬੈਨੀਫਿਟਸ। ਸੋ ਉਹਦੇ ਵਿੱਚ ਵੀ ਆਪਾਂ ਜਿੱਦਾਂ ਐਪਲੀਕੇਸ਼ਨ ਭਰਨ ਵਾਸਤੇ ਉਹਨਾਂ ਦੀ ਹੈਲਪ ਕਰ ਸਕਦੇ ਹਾਂ, ਤੇ ਜਿਹੜਾ ਉਹਨਾਂ ਨੂੰ ਜਦੋਂ ਦੀ ਵੀ ਡਿਸੇਬਿਲਿਟੀ ਆਈ ਆ ਵੀ ਕੈਨ ਗੋ ਬੈਕ 10 years ਉਹਨਾਂ ਨੂੰ ਆਪਾਂ ਥੋੜਾ ਵਾਲਾ ਭਾਜੀ ਜਿਹੜੇ ਬੈਨੀਫਿਟ ਜ਼ਿਆਦਾ ਦਵਾ ਸਕਦੇ ਹਾਂ ਰਾਈਟ। ਸੋ ਕੋਈ ਵੀ ਮੇਰੇ ਭੈਣ ਵੀਰ ਦਾ ਕੁਐਸਚਨ
ਆ ਆਲਰੇਡੀ ਡਿਸੇਬਿਲਟੀ ਤੇ ਆ, ਤੁਸੀਂ ਮੈਨੂੰ ਐਨੀ ਟਾਈਮ ਫੋਨ ਕਰ ਸਕਦੇ ਆ, ਮੈਸੇਜ ਲੀਵ ਕਰ ਦਿਓ ਜਾਂ ਤੁਸੀਂ ਮੈਨੂੰ ਟੈਕਸਟ ਮੈਸੇਜ ਭੇਜ ਦਿਓ, WhatsApp ਤੇ ਤੁਸੀਂ ਵੌਇਸਮੇਲ ਵੀ ਛੱਡ ਸਕਦੇ ਆ, ਜਿੱਦਾਂ ਵੀ ਤੁਹਾਨੂੰ ਈਜ਼ੀ ਲੱਗਦਾ ਹੈ ਤੁਸੀਂ ਮੈਨੂੰ ਫੋਨ ਕਰ ਸਕਦੇ ਆ। ਪਰ ਉਹਦੇ ਵਿੱਚ ਇੱਦਾਂ ਨਹੀਂ ਝਿਜਕਣਾ ਵੀ ਆਪਾਂ ਜੇ ਅਪਲਾਈ ਕਰ ਰਹੇ ਆ ਮੋਰ ਬੈਨੀਫਿਟ ਵਾਸਤੇ, ਸ਼ਾਇਦ ਸਾਡੇ ਜਿਹੜੇ ਬੈਨੀਫਿਟ ਆਲਰੇਡੀ ਲੱਗੇ ਹੋ ਆ ਉਹ ਸਾਡੇ ਬੰਦ ਨਾ ਹੋ ਜਾਣ। ਇੱਦਾਂ ਦੀ ਕੋਈ ਵੀ ਚੀਜ਼ ਨਹੀਂ ਹੈਗੀ। ਵੀ ਬੇਸਿਕਲੀ ਟ੍ਰਾਈਂਗ ਟੂ ਗੈਟ ਯੂ more money from the government, right? Yeah. So ਉਮੀਦ ਹੈ ਅੱਜ ਦੀ ਜਿਹੜੀ ਗੱਲਬਾਤ ਆ ਤੁਹਾਨੂੰ ਪਸੰਦ ਆਈ ਹੋਵੇਗੀ, ਔਰ ਜੇਕਰ ਤੁਹਾਡਾ ਕੋਈ ਕੁਐਸਚਨ ਹੈ ਤਾਂ ਤੁਸੀਂ ਬਲਜੀਤ ਢੀਂਡਸਾ ਜੀ ਨੂੰ ਡਾਇਰੈਕਟ ਫੋਨ ਕਰ ਸਕਦੇ ਹੋ। ਸੋ ਅਗਲੇ ਹਫਤੇ ਤੁਹਾਡੇ ਲਈ ਇੱਕ ਹੋਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਸੋ ਮਿਲਦੇ ਹਾਂ ਜੀ ਅਗਲੇ ਹਫਤੇ। ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀ। पंजाब इंश्योरेंस दे बलजीत कौर ढींडसा तुहाडियां ज़रूरतां मुताबिक पॉलिसी वधिया रेट उपर लैके दिंदे ने। हर तरह दी वधिया इंश्योरेंस लई भरोसे अते ईमानदारी वाला नाम बलजीत कौर ढींडसा। लाइफ इंश्योरेंस, डिसेबिलिटी ते क्रिटिकल इलनेस, सुपर वीजा, ट्रैवल इंश्योरेंस ते बच्चों लई RESP, सैग्रीगेट फंड्स ते TFSA लई लॉन्ग टर्म बेनिफिट ते वधिया प्राइस जे चाहो तां अज ही इंश्योरेंस स्पेशलिस्ट बलजीत कौर ढींडसा नू कॉल घुमाओ 416 871 48 48 416 871 4848।